ਕੁਝ ਸਕੂਲ ਐਸੇ ਹੁੰਦੇ ਆ ਜਿੱਦਾਂ ਪੰਜਾਬ ਦੇ ਵਿੱਚ ਮੈਰੀਟੋਰੀਅਸ ਸਕੂਲ ਹੁੰਦੇ ਆ, ਇੱਥੇ ਗ੍ਰਾਮਰ ਸਕੂਲ ਹੁੰਦੇ, ਹਰ ਦੇਸ਼ ਦੇ ਵਿੱਚ ਕੁਝ ਸਕੂਲ ਹੁੰਦੇ ਆ ਜਿਹੜੇ ਕਰੀਮ ਬੱਚਿਆਂ ਵਾਸਤੇ ਹੁੰਦੇ ਆ, ਜਾਂ ਕਹਿ ਲਈਏ ਕਿ ਜਿਹੜੇ ਬ੍ਰਾਈਟ ਸਟੂਡੈਂਟਸ ਆ ਉਹਨਾਂ ਵਾਸਤੇ ਹੁੰਦੇ ਆ। ਉਹਦੇ ਵਿੱਚ ਐਡਮਿਸ਼ਨ ਲੈਣ ਲਈ ਬੱਚਿਆਂ ਨੂੰ ਐਵਰੇਜ ਬੱਚਿਆਂ ਤੋਂ ਉੱਪਰ ਹੋਣਾ ਪੈਂਦਾ ਆ। ਜਿਹੜੇ ਗ੍ਰਾਮਰ ਸਕੂਲ ਜਾਂ ਮੈਰੀਟੋਰੀਅਸ ਸਕੂਲ ਦੇ ਬੱਚੇ ਹੁੰਦੇ ਉਹਨਾਂ ਨੂੰ ਐਵਰੇਜ ਸਟੂਡੈਂਟਸ ਤੋਂ ਉੱਪਰ ਹੋਣਾ ਪੈਂਦਾ, ਉਹਨਾਂ ਨੂੰ ਮਿਹਨਤ ਕਰਨੀ ਪੈਂਦੀ। ਉਹ ਕਿਉਂ ਮਿਹਨਤ ਕਰਨੀ ਪੈਂਦੀ ਹੈ? ਕਿਉਂਕਿ ਉਸ ਸਕੂਲ ਦੀ ਐਡਮਿਸ਼ਨ ਦਾ ਜਿਹੜਾ ਫਸਟ ਕ੍ਰਾਈਟੀਰੀਆ ਹੈ, ਉਹ ਕ੍ਰਾਈਟੀਰੀਆ ਇਹ ਹੈ ਕਿ ਬੱਚਾ ਅਬਵ ਐਵਰੇਜ ਹੋਊਗਾ। ਦੋ ਹੀ ਤਰੀਕੇ ਹੈ, ਜਾਂ ਤਾਂ ਆਪਾਂ ਉਸ ਸਕੂਲ ਦੀ ਇੱਛਾ ਤਿਆਗ ਦਈਏ ਤੇ ਜਾਂ ਫਿਰ ਜੋ ਉਹਦੇ ਐਡਮਿਸ਼ਨ ਦਾ ਕ੍ਰਾਈਟੀਰੀਆ ਹੈ ਉਹਨੂੰ ਪੂਰਾ ਕਰੀਏ। ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਖੀ ਨਿਸ਼ਕਾਮ ਹੈ, ਸੋ ਜਿਹੜੇ ਗ੍ਰਾਮਰ ਸਕੂਲ ਨੇ ਜਾਂ ਮੈਰੀਟੋਰੀਅਸ ਸਕੂਲ ਨੇ ਉਹ ਆਮ ਸਕੂਲਾਂ ਨਾਲੋਂ ਅਬਵ ਦੀ ਐਵਰੇਜ ਹੁੰਦੇ ਆ, ਉਹ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਹੁੰਦੀਆਂ। ਇਸੇ ਤਰੀਕੇ ਨਾਲ ਸਿੱਖੀ ਨਿਸ਼ਕਾਮ ਹੈ। ਜਦੋਂ ਸਿੱਖੀ ਨਿਸ਼ਕਾਮ ਹੈ ਤਾਂ ਫਿਰ ਉਹਦੇ ਵਿੱਚ ਐਡਮਿਸ਼ਨ ਲੈਣ ਲਈ ਸਾਨੂੰ ਬਕਾਇਦਾ ਮਿਹਨਤ ਕਰਨੀ ਪਊਗੀ। ਸਿਰਫ ਇਸ ਕਰਕੇ ਕਿ ਆਪਾਂ ਸਿੱਖਾਂ ਦੇ ਘਰ ਜਨਮ ਲੈ ਲਿਆ ਤੇ ਕਿਸੇ ਨੇ ਸਿੱਖਾਂ ਦੇ ਘਰ ਜਨਮ ਨਹੀਂ ਲਿਆ, ਇਸ ਕਰਕੇ ਉਹ ਸਿੱਖ ਨਹੀਂ ਹੋ ਸਕਦਾ, ਤੇ ਆਪਾਂ ਕਿਉਂਕਿ ਜਨਮ ਲਿਆ ਇਸ ਕਰਕੇ ਅਸੀਂ ਜਨਮਜਾਤ ਹੀ ਸਿੱਖ ਹੋ ਗਏ। ਇੱਦਾਂ ਨਹੀਂ ਹੁੰਦਾ, ਸਿੱਖੀ ਕਮਾਉਣੀ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਕਿਰਦਾਰੇ ਖਾਲਸਾ ਦਾ ਜਿਹੜਾ ਪਿਛਲਾ ਐਪੀਸੋਡ ਸੀ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੀ ਸਿੱਖੀ ਦੀ, ਸਿੱਖ ਦੀ ਨਿਸ਼ਕਾਮ ਅਵਸਥਾ ਤੇ ਸਿੱਖੀ ਜੋ ਹੈ ਉਹ ਨਿਸ਼ਕਾਮ ਹੈ। ਇਹ ਦੋ ਗੱਲਾਂ ਆਪਾਂ ਕੀਤੀਆਂ ਸੀ। ਮੈਨੂੰ ਇੱਕ ਮੈਸੇਜ ਆਇਆ ਜਿਹੜਾ ਕਿ ਮੈਨੂੰ ਵੀ ਲੱਗਾ ਕਿ ਇਹ ਇੰਪੋਰਟੈਂਟ ਆ, ਇਸ ਨੂੰ ਆਪਾਂ ਨੂੰ ਕਰਨਾ ਚਾਹੀਦਾ, ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ। ਈਮੇਲ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ, ਸੰਤੋਖ ਸਿੰਘ ਉਹਨਾਂ ਨੇ ਲਿਖਿਆ ਸੀ ਕਿ ਤੁਸੀਂ ਦੋ ਗੱਲਾਂ ਕੀਤੀਆਂ ਹੈ ਕਿ ਪਹਿਲੀ ਤੁਸੀਂ ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਦੀ ਗੱਲ ਕੀਤੀ ਉਹ ਸੀਗੀ ਕਿ ਸਿੱਖਾਂ ਦੀ ਨਿਸ਼ਕਾਮ ਅਵਸਥਾ, ਸਿੱਖ ਦੀ ਨਿਸ਼ਕਾਮ ਅਵਸਥਾ। ਦੂਸਰੀ ਗੱਲ ਸੀਗੀ ਕਿ ਸਿੱਖੀ ਨਿਸ਼ਕਾਮ ਹੈ। ਇਹਨਾਂ ਦੋਨਾਂ ਗੱਲਾਂ 'ਚ ਫ਼ਰਕ ਕੀ ਹੋਇਆ? ਤਾਂ ਇੱਥੇ ਇਹ ਗੱਲ ਮੈਨੂੰ ਲੱਗਦਾ ਕਿ ਆਪਾਂ ਹੋਰ ਅੱਗੇ ਚੱਲਣ ਤੋਂ ਪਹਿਲਾਂ ਜਾਂ ਅਗਲੀਆਂ ਗੱਲਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ। ਜਦੋਂ ਮੈਂ ਪਹਿਲੀ ਗੱਲ ਕੀਤੀ ਸੀਗੀ ਕਿ ਸਿੱਖ ਦੀ ਨਿਸ਼ਕਾਮ ਅਵਸਥਾ, ਉਹਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਸਿੱਖਾਂ ਦੀ ਜਿਹੜੀ ਨਿਸ਼ਕਾਮ ਅਵਸਥਾ ਹੈ, ਭਾਈ ਗੁਰਦਾਸ ਜੀ ਉਸ ਨੂੰ ਕਿਸ ਤਰੀਕੇ ਨਾਲ ਉਲੀਕਦੇ ਨੇ, ਕਿਸ ਚੀਜ਼ ਨੂੰ ਉਹ ਕਹਿੰਦੇ ਨੇ ਕਿ ਆਹ ਚੀਜ਼ਾਂ ਤੁਹਾਡੇ ਕੋਲ ਹੋਣਗੀਆਂ। ਸਾਨੂੰ ਇੱਕ ਤਰ੍ਹਾਂ ਨਾਲ ਭਾਈ ਗੁਰਦਾਸ ਜੀ ਜਿਹੜਾ ਹੈ ਇੱਕ ਚੈੱਕਲਿਸਟ ਦੇ ਦਿੰਦੇ ਨੇ ਕਿ ਅਗਰ ਇਹ ਚੈੱਕਲਿਸਟ ਦੇ ਅੱਗੇ ਤੁਸੀਂ ਟਿਕ ਕਰ ਸਕਦੇ ਆ ਤਾਂ ਤੁਹਾਡੀ ਅਵਸਥਾ ਜਿਹੜੀ ਆ ਉਹ ਨਿਸ਼ਕਾਮ ਹੈ, ਔਰ ਅਗਰ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਉਹਦੇ ਉੱਤੇ ਵਰਕਆਊਟ ਕਰਨਾ ਪਊਗਾ, ਸਾਨੂੰ ਵਰਕ ਕਰਨਾ ਪਊ, ਕੰਮ ਕਰਨਾ ਪਊਗਾ ਉਹਦੇ ਉੱਤੇ, ਤਾਂ ਕਿ ਅਸੀਂ ਆਪਣੀ ਅਵਸਥਾ ਨੂੰ ਨਿਸ਼ਕਾਮ ਅਵਸਥਾ ਬਣਾ ਸਕੀਏ। ਅਗਲੀ ਗੱਲ ਜਿਹੜੀ ਸੀਗੀ ਕਿ ਸਿੱਖੀ ਨਿਸ਼ਕਾਮ ਹੈ। ਹੁਣ ਆਪਾਂ ਇਹਨੂੰ ਜਿਹੜਾ ਥੋੜ੍ਹਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜਦੋਂ ਆਪਾਂ ਕਹਿੰਦੇ ਸਿੱਖ ਦੀ ਨਿਸ਼ਕਾਮ ਅਵਸਥਾ, ਉਹ ਪਹਿਲੀ ਗੱਲ ਹੈ। ਅਗਲਾ ਸਵਾਲ ਆਉਂਦਾ ਕਿ ਸਿੱਖ ਦੀ ਨਿਸ਼ਕਾਮ ਅਵਸਥਾ ਹੋਣੀ ਕਿਉਂ ਚਾਹੀਦੀ ਹੈ? ਤਾਂ ਉਸ ਦਾ ਜਵਾਬ ਹੈ ਕਿ ਸਿੱਖੀ ਹੀ ਨਿਸ਼ਕਾਮ ਹੈ। ਹੁਣ ਜਿਸ ਇਹਨੂੰ ਅਗਰ ਸਮਝਣਾ ਹੋਵੇ ਹੋਰ ਗਹਿਰਾਈ ਨਾਲ ਜਾਂ ਕਲੈਰਿਟੀ ਦੇ ਨਾਲ, ਤਾਂ ਆਪਾਂ ਗ੍ਰਾਮਰ ਸਕੂਲ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਜਾਂ ਕਿਸੇ ਵੀ ਦੇਸ਼ ਦੇ ਵਿੱਚ ਕੁਝ ਸਕੂਲ ਐਸੇ ਹੁੰਦੇ ਆ ਜਿੱਦਾਂ ਪੰਜਾਬ ਦੇ ਵਿੱਚ ਮੈਰੀਟੋਰੀਅਸ ਸਕੂਲ ਹੁੰਦੇ ਆ, ਇੱਥੇ ਗ੍ਰਾਮਰ ਸਕੂਲ ਹੁੰਦੇ। ਹਰ ਦੇਸ਼ ਦੇ ਵਿੱਚ ਕੁਝ ਸਕੂਲ ਹੁੰਦੇ ਆ ਜਿਹੜੇ ਕਰੀਮ ਬੱਚਿਆਂ ਵਾਸਤੇ ਹੁੰਦੇ ਆ, ਜਾਂ ਕਹਿ ਲਈਏ ਕਿ ਜਿਹੜੇ ਬ੍ਰਾਈਟ ਸਟੂਡੈਂਟਸ ਆ ਉਹਨਾਂ ਵਾਸਤੇ ਹੁੰਦੇ ਆ। ਉਹਦੇ ਵਿੱਚ ਐਡਮਿਸ਼ਨ ਲੈਣ ਲਈ ਬੱਚਿਆਂ ਨੂੰ ਐਵਰੇਜ ਬੱਚਿਆਂ ਤੋਂ ਉੱਪਰ ਹੋਣਾ ਪੈਂਦਾ ਆ, ਕਿਉਂਕਿ ਐਵਰੇਜ ਜਿਹੜੇ ਹਰ ਬੱਚੇ 'ਚ ਕੋਈ ਨਾ ਕੋਈ ਖੂਬੀ ਹੁੰਦੀ ਆ। ਕੋਈ ਗੇਮਸ ਵਿੱਚ ਬਹੁਤ ਵਧੀਆ ਹੁੰਦਾ, ਕੋਈ ਆਰਟ ਐਂਡ ਕਰਾਫਟ ਬਹੁਤ ਵਧੀਆ ਹੁੰਦਾ, ਕੋਈ ਪੜ੍ਹਾਈ 'ਚ ਬਹੁਤ ਵਧੀਆ ਹੁੰਦਾ। ਜਿਹੜੇ ਗ੍ਰਾਮਰ ਸਕੂਲ ਜਾਂ ਮੈਰੀਟੋਰੀਅਸ ਸਕੂਲ ਦੇ ਬੱਚੇ ਹੁੰਦੇ ਉਹਨਾਂ ਨੂੰ ਐਵਰੇਜ ਸਟੂਡੈਂਟਸ ਤੋਂ ਉੱਪਰ ਹੋਣਾ ਪੈਂਦਾ, ਉਹਨਾਂ ਨੂੰ ਮਿਹਨਤ ਕਰਨੀ ਪੈਂਦੀ। ਉਹ ਕਿਉਂ ਮਿਹਨਤ ਕਰਨੀ ਪੈਂਦੀ ਹੈ? ਕਿਉਂਕਿ ਉਸ ਸਕੂਲ ਦੀ ਐਡਮਿਸ਼ਨ ਦਾ ਜਿਹੜਾ ਫਸਟ ਕ੍ਰਾਈਟੀਰੀਆ ਹੈ, ਉਹ ਕ੍ਰਾਈਟੀਰੀਆ ਇਹ ਹੈ ਕਿ ਬੱਚਾ ਅਬਵ ਐਵਰੇਜ ਹੋਊਗਾ। ਉਹ ਉਸ ਤੋਂ ਬਾਅਦ ਹੀ ਐਡਮਿਸ਼ਨ ਲੈਂਦੇ ਆ। ਸੋ ਅਗਰ ਜਾਂ ਦੋ ਹੀ ਤਰੀਕੇ ਹੈ, ਜਾਂ ਤਾਂ ਆਪਾਂ ਉਸ ਸਕੂਲ ਦੀ ਇੱਛਾ ਤਿਆਗ ਦਈਏ ਤੇ ਜਾਂ ਫਿਰ ਜੋ ਉਹਦੇ ਐਡਮਿਸ਼ਨ ਦਾ ਕ੍ਰਾਈਟੀਰੀਆ ਹੈ ਉਹਨੂੰ ਪੂਰਾ ਕਰੀਏ। ਇਹੀ ਗੱਲ ਨੂੰ ਹੁਣ ਆਪਾਂ ਆਪਣੇ ਉੱਪਰ ਲਾ ਕੇ ਦੇਖੀਏ। ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਖੀ ਨਿਸ਼ਕਾਮ ਹੈ, ਸੋ ਜਿਹੜੇ ਗ੍ਰਾਮਰ ਸਕੂਲ ਨੇ ਜਾਂ ਮੈਰੀਟੋਰੀਅਸ ਸਕੂਲ ਨੇ ਉਹ ਆਮ ਸਕੂਲਾਂ ਨਾਲੋਂ ਅਬਵ ਦੀ ਐਵਰੇਜ ਹੁੰਦੇ ਆ, ਉਹ
ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਹੁੰਦੀਆਂ। ਇਸੇ ਤਰੀਕੇ ਨਾਲ ਸਿੱਖੀ ਨਿਸ਼ਕਾਮ ਹੈ। ਜਦੋਂ ਸਿੱਖੀ ਨਿਸ਼ਕਾਮ ਹੈ ਤਾਂ ਫਿਰ ਉਹਦੇ ਵਿੱਚ ਐਡਮਿਸ਼ਨ ਲੈਣ ਲਈ ਸਾਨੂੰ ਬਕਾਇਦਾ ਮਿਹਨਤ ਕਰਨੀ ਪਊਗੀ। ਸਿਰਫ ਇਸ ਕਰਕੇ ਕਿ ਆਪਾਂ ਸਿੱਖਾਂ ਦੇ ਘਰ ਜਨਮ ਲੈ ਲਿਆ ਅਤੇ ਕਿਸੇ ਨੇ ਸਿੱਖਾਂ ਦੇ ਘਰ ਜਨਮ ਨਹੀਂ ਲਿਆ, ਇਸ ਕਰਕੇ ਉਹ ਸਿੱਖ ਨਹੀਂ ਹੋ ਸਕਦਾ, ਅਤੇ ਆਪਾਂ ਕਿਉਂਕਿ ਜਨਮ ਲਿਆ ਇਸ ਕਰਕੇ ਅਸੀਂ ਜਨਮਜਾਤ ਹੀ ਸਿੱਖ ਹੋ ਗਏ। ਇੱਦਾਂ ਨਹੀਂ ਹੁੰਦਾ। ਸਿੱਖੀ ਕਮਾਉਣੀ ਪੈਂਦੀ ਹੈ। ਹਾਂ, ਅਸੀਂ ਆਪਣੇ ਆਪ ਨੂੰ ਵਡਭਾਗਾ ਸਮਝ ਸਕਦੇ ਹਾਂ। ਸਾਨੂੰ ਇਸ ਗੱਲ ਦਾ ਫਖਰ ਵੀ ਹੋਣਾ ਚਾਹੀਦਾ ਕਿ ਮਹਾਰਾਜ ਨੇ ਸਾਨੂੰ ਚੁਣਿਆ, ਗੁਰੂ ਮਹਾਰਾਜ ਨੇ ਚੁਣ ਕੇ ਸਾਨੂੰ ਸਿੱਖਾਂ ਦੇ ਘਰ 'ਚ ਹੀ ਜਨਮ ਦਿੱਤਾ, ਕਿਉਂਕਿ ਜਿਹੜੇ ਸਿੱਖਾਂ ਦੇ ਘਰ 'ਚ ਜਿਹੜੇ ਜਨਮ ਨਹੀਂ ਲਿਆ ਉਹਨਾਂ ਨੂੰ ਤਾਂ ਆਪਣਾ ਜਿਹੜਾ ਰਸਤਾ ਖੋਜਣਾ ਪਊਗਾ, ਖੋਜ ਕੇ ਉਹਨਾਂ ਨੂੰ ਸਿੱਖੀ ਦੀ ਦਾਤ ਜਿਹੜੀ ਆ ਉਹ ਮਿਲੂਗੀ। ਸਾਨੂੰ ਗੁਰੂ ਮਹਾਰਾਜ ਨੇ ਪਹਿਲਾਂ ਹੀ ਉਸ ਰਸਤੇ ਦੇ ਉੱਤੇ ਰੱਖਿਆ ਕਿ ਆਹ ਸਿੱਖੀ ਹੈ। ਸਾਨੂੰ ਜਨਮਜਾਤ ਸਾਡੇ ਘਰਦਿਆਂ ਦੇ ਕੋਲੋਂ, ਨਾਨੇ ਦਾਦਿਆਂ ਕੋਲੋਂ ਸਿੱਖੀ ਜਿਹੜੀ ਆ ਉਹਦੇ ਬਾਰੇ, ਸਿੱਖੀ ਦੀਆਂ ਪਰੰਪਰਾਵਾਂ ਬਾਰੇ ਸੁਣਨ ਨੂੰ ਮਿਲਦਾ ਰਹਿੰਦਾ। ਸੋ ਅਸੀਂ ਇੱਕ ਥੋੜ੍ਹੇ ਜਿਹੇ ਕਹਿ ਲਈਏ ਕਿ ਐਜ ਦੇ ਉੱਪਰ ਹੈਗੇ ਹਾਂ। ਪਰ ਜੇ ਆਪਾਂ ਇਸੇ ਚੀਜ਼ ਨੂੰ ਸਮਝੀ ਜਾਈਏ ਕਿ ਅਸੀਂ ਤਾਂ ਸਿੱਖਾਂ ਦੇ ਘਰ ਜਨਮੇ ਹਾਂ ਜੀ, ਇਸ ਕਰਕੇ ਅਸੀਂ ਸਿੱਖ ਹਾਂ, ਇਹ ਗੁਰੂ ਮਹਾਰਾਜ ਨੇ ਇਹ ਪਰੰਪਰਾ ਹੀ ਨਹੀਂ ਰੱਖੀ। ਕਿਉਂਕਿ ਜੇ ਇਹੀ ਪਰੰਪਰਾ ਹੁੰਦੀ ਤਾਂ ਗੁਰੂ ਨਾਨਕ ਦੇ ਘਰ ਦੇ ਜਿਹੜੇ ਕਿ ਆਪਾਂ ਇਹ ਕਹਿ ਲਈਏ ਕਿ ਗੁਰੂ ਨਾਨਕ ਦੇ ਅੰਸ਼ ਜਿਹੜੇ ਸੀ ਫਿਰ ਉਹੀ ਗੁਰਗੱਦੀ ਦੇ ਉੱਤੇ ਹੁੰਦੇ। ਇੱਦਾਂ ਨਹੀਂ ਹੋਇਆ। ਗੁਰੂ ਘਰ ਦੇ ਵਿੱਚ ਇੱਦਾਂ ਨਹੀਂ ਹੋਇਆ। ਗੁਰੂ ਨਾਨਕ ਦੇ ਘਰ ਦੇ ਵਿੱਚ ਉਸੇ ਨੂੰ ਹੀ ਗੁਰਗੱਦੀ ਮਿਲੀ ਹੈ ਜਿਹੜਾ ਗੁਰਗੱਦੀ ਦੇ ਕਾਬਲ ਸੀ। ਸਿਰਫ ਇਸ ਕਰਕੇ ਗੁਰਗੱਦੀ ਨਹੀਂ ਮਿਲੀ ਕਿ ਉਹ ਮੇਰਾ ਬੇਟਾ ਸੀ ਅਤੇ ਉਹਨੂੰ ਦੇ ਦਈਏ। ਇਹ ਫਿਲੋਸਫੀ ਹੀ ਨਹੀਂ ਹੈ, ਔਰ ਇਹ ਫਿਲੋਸਫੀ ਸਿੱਖਾਂ ਨੂੰ ਸਮਝਣੀ ਪਊਗੀ। ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਮੈਂ ਸਿੱਖਾਂ ਦੇ ਘਰ ਜੰਮੀ ਹਾਂ ਇਸ ਕਰਕੇ ਮੈਂ ਸਿੱਖ ਹਾਂ, ਅਤੇ ਨਹੀਂ, ਸਿੱਖੀ ਸਾਨੂੰ ਕਮਾਉਣੀ ਪਊਗੀ। ਔਰ ਜਿਹੜੀ ਆਹ ਦੋ ਗੱਲਾਂ ਹੈ ਨਾ ਕਿ ਸਿੱਖੀ ਨਿਸ਼ਕਾਮ ਹੈ ਅਤੇ ਸਿੱਖ ਦੀ ਨਿਸ਼ਕਾਮ ਅਵਸਥਾ, ਇਹ ਬੇਸਿਕਲੀ ਇਸੇ ਚੀਜ਼ ਲਈ ਹੈ ਕਿਉਂਕਿ ਜਿਹੜਾ ਇੰਸਟੀਟਿਊਸ਼ਨ ਨਿਸ਼ਕਾਮ ਹੈ ਉਹਦੇ 'ਚ ਐਡਮਿਸ਼ਨ ਲੈਣ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਆਪਣੇ ਆਪ ਉੱਪਰ। ਸਾਨੂੰ ਆਪਣੀ ਅਵਸਥਾ ਨਿਸ਼ਕਾਮ ਬਣਾਉਣੀ ਪੈਣੀ ਹੈ। ਜਦੋਂ ਸਾਡੀ ਅਵਸਥਾ ਨਿਸ਼ਕਾਮ ਹੋ ਗਈ ਉਦੋਂ ਅਸੀਂ ਸਿੱਖੀ ਦੇ ਸਕੂਲ ਦੇ ਵਿੱਚ ਕਹੀਏ ਕਿ ਆਪਣੀ ਐਡਮਿਸ਼ਨ ਹੋਈ, ਉਸ ਤੋਂ ਬਿਨਾਂ ਸਾਡੀ ਹੋ ਹੀ ਨਹੀਂ ਸਕਦੀ, ਐਂਟਰੈਂਸ ਹੀ ਨਹੀਂ ਹੈਗੀ। ਸੋ ਇਹ ਇੱਕ ਗੱਲ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ ਜੋ ਸਾਨੂੰ ਸਮਝਣੀ ਪਊਗੀ। ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਦੇਖਦੇ ਹਾਂ ਕਿਉਂਕਿ ਮਾਫ਼ ਕਰਨਾ ਜੇ ਕਿਸੇ ਨੂੰ ਇਹ ਲੱਗੇ ਕਿ ਮੈਂ ਇਹਦੇ ਉੱਤੇ ਜ਼ਿਆਦਾ ਟਾਈਮ ਲੈ ਗਈ, ਕਿਉਂਕਿ ਬੜੀ ਇੰਪੋਰਟੈਂਟ ਗੱਲ ਆ। ਜਿਹੜੀ ਨਿਸ਼ਕਾਮ ਆਪਾਂ ਸੇਵਾ ਦੀ ਗੱਲ ਕਰਦੇ ਹਾਂ ਨਾ, ਅਤੇ ਸੇਵਾ ਦੇ ਨਾਲ ਆਪਾਂ ਅਕਸਰ ਨਿਸ਼ਕਾਮ ਵਰਡ ਜਿਹੜਾ ਉਹ ਮਾਈਨਸ ਕਰ ਦਿੰਦੇ ਹਾਂ। ਸਿਰਫ ਆਪਾਂ ਸੇਵਾ ਦੀ ਹੀ ਗੱਲ ਕਰਦੇ ਹਾਂ। ਸਿੱਖਾਂ ਵਿੱਚ ਸੇਵਾ ਬਹੁਤ ਹੈ, ਬਿਲਕੁਲ ਠੀਕ ਹੈ। ਸਿੱਖਾਂ ਵਿੱਚ ਨਿਸ਼ਕਾਮ ਸੇਵਾ ਹੋਣੀ ਚਾਹੀਦੀ ਆ, ਹੁਣ ਹੈਗੀ ਵੀ ਆ, ਬਹੁਤ ਸਾਰੇ ਸਿੱਖਾਂ 'ਚ ਹੈਗੀ ਆ। ਪਰ ਆਪਾਂ ਆਪਣੇ ਪੀੜ੍ਹੀ ਥੱਲੇ ਸੋਟਾ ਮਾਰੀਏ ਕਿ ਕਿਆ ਸਾਡੇ ਸਾਰਿਆਂ ਦੇ ਵਿੱਚ ਹੈ। ਸੋ ਅਸੀਂ ਆਪਣੇ ਜਿਹੜੇ ਸਾਡੀਆਂ ਬੋਲੀ ਜਿਹੜੀ ਹੈਗੀ ਆ ਨਾ ਉਹਦੇ ਨਾਲੋਂ ਅਸੀਂ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਵਰਡ ਨਾ ਚੂਜ਼ ਕਰ ਲਿਆ ਕਰੀਏ ਕਿ ਮੈਨੂੰ ਕਨਵੀਨੀਅੰਟ ਆ, ਮੈਂ ਇਹ ਵਰਡ ਰੱਖ ਲੈਂਦੀ ਹਾਂ, ਜਿਹੜਾ ਮੈਨੂੰ ਕਨਵੀਨੀਅੰਟ ਨਹੀਂ ਉਹ ਮੈਂ ਛੱਡ ਦਿੰਦੀ ਹਾਂ। ਜਦੋਂ ਆਪਾਂ ਸੇਵਾ ਦੀ ਗੱਲ ਕਰਾਂਗੇ ਤਾਂ ਇਹ ਸਾਨੂੰ ਮੰਨਣਾ ਪਊਗਾ ਕਿ ਗੁਰੂ ਦੇ ਘਰ ਦੇ ਵਿੱਚ ਸੇਵਾ ਉਹ ਪ੍ਰਵਾਨ ਹੋਣੀ ਹੈ ਜਿਹੜੀ ਨਿਸ਼ਕਾਮ ਹੋਵੇ, ਕਿਉਂਕਿ ਨਿਸ਼ਕਾਮ ਸੇਵਾ ਦਾ ਜਿਹੜਾ ਸਿਧਾਂਤ ਆ ਉਹ ਸਾਨੂੰ ਦਿੱਤਾ ਹੈ। ਸਿੱਖਾਂ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੇਖ ਕੇ, ਔਰ ਇਹ ਗੱਲ ਚੰਗੀ ਵੀ ਹੈ ਕਿ ਚਲੋ ਕੋਈ ਅਗਰ ਰੀਸ ਕਰਦਾ, ਚੰਗੀ ਰੀਸ ਕਰਦਾ ਤਾਂ ਮਾੜੀ ਗੱਲ ਨਹੀਂ। ਸਿੱਖਾਂ ਦੇ ਜਿਹੜੇ ਏਡ ਜਾਂ ਕਈ ਸੰਸਥਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਦੇ ਪੈਰਲਲ ਬਹੁਤ ਸਾਰੀਆਂ ਹੋਰ ਸਿਮਿਲਰ ਤਰ੍ਹਾਂ ਦੀਆਂ ਜਿਹੜੀਆਂ ਉਹ ਸੰਸਥਾਵਾਂ ਖੁੱਲ੍ਹ ਗਈਆਂ। ਪਿੱਛੇ ਜੇ ਮੈਂ ਦੇਖਦੀ ਪਈ ਸੀ ਕਿ ਇੱਕ ਇਸਲਾਮਿਕ ਏਡ ਵੀ ਖੁੱਲ੍ਹੀ ਸੀ, ਫਿਰ ਇੱਕ ਕ੍ਰਿਸਚਨ ਏਡ ਵੀ ਖੁੱਲ੍ਹੀ ਹੈ। ਫਿਰ ਇਸ ਤਰੀਕੇ ਨਾਲ ਬਹੁਤ ਸਾਰੀਆਂ ਜਿਹੜੀਆਂ ਪੈਰਲਲ ਜਥੇਬੰਦੀਆਂ ਜਾਂ ਕਹਿ ਲਈਏ ਕਿ ਪੈਰਲਲ ਇੰਸਟੀਟਿਊਟਸ ਲੋਕ ਖੜ੍ਹੇ ਕਰ ਰਹੇ ਨੇ ਸਿੱਖਾਂ ਵੱਲ ਵੇਖ ਕੇ। ਹੁਣ ਸੇਵਾ ਤਾਂ ਉਹ ਵੀ ਕਰ ਰਹੇ ਨੇ, ਹੈ ਨਾ, ਪਰ ਸਾਨੂੰ ਫ਼ਰਕ ਵੇਖਣੇ ਪੈਣਗੇ। ਮੈਂ ਉਹਨਾਂ ਨੂੰ ਜੱਜ ਕਰਨ ਵਾਲੀ ਕੋਈ ਨਹੀਂ ਹੁੰਦੀ ਕਿਉਂਕਿ ਮੇਰਾ ਨਾ ਤਾਂ ਮੇਰਾ ਉਹ ਟੌਪਿਕ ਹੈ ਨਾ ਮੇਰਾ ਸਬਜੈਕਟ ਹੈ। ਮੇਰਾ ਸਬਜੈਕਟ ਸਿਰਫ ਸਿੱਖਾਂ ਦੇ ਉੱਤੇ ਹੈ ਕਿ ਆਪਾਂ ਸਿੱਖ ਕੀ ਕਰਦੇ ਹਾਂ। ਸੋ ਜਦੋਂ ਆਪਾਂ ਗੱਲ ਕਰਾਂਗੇ ਨਾ ਸੇਵਾ ਦੀ ਤਾਂ ਸਾਨੂੰ ਦੇਖਣਾ ਪਊਗਾ ਗੁਰੂ ਮਹਾਰਾਜ ਨੇ ਸਾਨੂੰ ਕਿਸ ਤਰ੍ਹਾਂ ਦੀ ਸੇਵਾ ਕਿਹਾ ਹੈ। ਤਾਂ ਸਿੱਖੀ ਨਿਸ਼ਕਾਮ ਦੀ ਗੱਲ ਹੋਈ ਆ। ਹੁਣ ਇਹਦਾ ਰੀਜ਼ਨ ਕੀ ਆ? ਇਹ ਮੈਂ ਕਿਉਂ ਕਿਹਾ ਸੀਗਾ ਕਿਉਂਕਿ ਗ੍ਰਾਮਰ ਸਕੂਲ ਦੇ ਨਾਲ ਮੈਂ ਕਿਉਂ ਇਹਨੂੰ ਤੁਲਨਾ ਕਿਉਂ ਕਰਕੇ ਦੱਸੀ ਹੈ। ਜਦੋਂ ਆਪਾਂ ਸਿੱਖ ਦੀ ਨਿਸ਼ਕਾਮ ਅਵਸਥਾ ਦੀ ਗੱਲ ਕੀਤੀ ਸੀ ਤਾਂ ਆਪਾਂ ਭਾਈ ਗੁਰਦਾਸ ਜੀ ਦੀ ਵਾਰ ਦੀ ਗੱਲ ਕੀਤੀ ਸੀ, ਜਿੱਥੇ ਉਹ ਕਹਿੰਦੇ ਨੇ ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ। ਇਹ ਜਿਹੜੀ ਗੱਲ ਨੇ ਤੇ ਮੇਰੇ ਨਾਲ ਰਹੋ ਜੇ, ਆਪਣੇ ਬਿਲਕੁਲ ਮਨ ਤੋਂ ਮੇਰੇ ਨਾਲ ਰਹੋ, ਮੈਨੂੰ ਸੁਣਦੇ ਰਹੋ ਔਰ ਸਮਝਦੇ ਵੀ ਰਹੋ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ।
ਜਦੋਂ ਸਿੱਖ ਦੀ ਨਿਸ਼ਕਾਮ ਅਵਸਥਾ ਨੂੰ ਭਾਈ ਗੁਰਦਾਸ ਆਊਟਲਾਈਨ ਕਰਦੇ ਨੇ ਤਾਂ ਪਹਿਲੀ ਲਾਈਨ ਬੋਲਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ। ਜਿਨ੍ਹਾਂ ਨੇ ਆਪਣਾ ਆਪ ਗਵਾਇਆ, ਮਤਲਬ ਜਿਹੜੇ ਈਗੋ ਤੋਂ ਮੁਕਤ ਹੋ ਗਏ, ਜਿਹੜੇ ਇਸ ਗੱਲ ਤੋਂ ਰਹਿਤ ਹੋ ਗਏ ਕਿ ਮੈਂ ਕੁਝ ਕੀਤਾ ਹੈ। ਉਹ ਸਾਰਾ ਕੁਝ ਜੋ ਸਹੀ ਹੈ, ਜਿਸ ਤਰੀਕੇ ਨਾਲ ਵੀ ਆ, ਜੋ ਵੀ ਉਹ ਕਰ ਰਹੇ ਨੇ, ਉਹ ਸਭ ਕੁਝ ਉਹ ਤੂੰ ਹੀ ਦੀ ਫਿਲੋਸਫੀ ਦੇ ਉੱਤੇ ਆ ਗਏ। ਉਹ ਇਸ ਗੱਲ ਦੇ ਵਿੱਚ ਰਹੇ ਹੀ ਨਹੀਂ ਕਿ ਮੈਂ ਵੀ ਕੁਛ ਹਾਂ। ਜਦੋਂ ਮੈਂ ਤੂੰ ਹੋ ਗਿਆ ਉਦੋਂ ਸਭ ਕੁਝ ਹੋ ਗਿਆ। ਸੋ ਉਹ ਉਸ ਫਿਲੋਸਫੀ ਦੇ ਉੱਤੇ ਉਹ ਆ ਗਏ। ਉਹਨਾਂ ਨੇ ਆਪਣੀ ਕਮਾਈ ਇੰਨੀ ਕਰ ਲਈ ਕਿ ਉਹਨਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣਾ ਆਪ ਜਿਹੜਾ ਹੈ ਉਹ ਗਵਾ ਦਿੱਤਾ ਹੈ। ਹੁਣ ਇਹ ਗੱਲ ਹੈਗੀ ਆ ਜਿਹੜੀ ਪਹਿਲੀ ਆਪਾਂ ਗੱਲ ਕੀਤੀ ਸੀ ਕਿ ਸਿੱਖ ਦੀ ਨਿਸ਼ਕਾਮ ਅਵਸਥਾ। ਸੋ ਜਦੋਂ ਸਿੱਖ ਦੀ ਨਿਸ਼ਕਾਮ ਅਵਸਥਾ ਹੋਊਗੀ, ਫਸਟ ਲਿਸਟ ਦੇ ਵਿੱਚ ਜਿਹੜੀ ਚੈੱਕ ਹੋਣਾ ਆ ਉਹ ਹੋਣਾ ਆ ਕਿ ਸਾਡੀ ਈਗੋ ਖਤਮ ਹੋਵੇ। ਹੁਣ ਇਹ ਕੁਆਲਿਟੀ ਕਿਉਂ ਜ਼ਰੂਰੀ ਹੈ ਸਿੱਖੀ ਦੇ ਵਿੱਚ ਪ੍ਰਵੇਸ਼ ਕਰਨ ਨੂੰ? ਉਹਦੀ ਅੱਗੇ ਗੱਲ ਇਹ ਹੈ ਕਿ ਜੇਕਰ ਕਿਸੇ ਵਿੱਚ ਈਗੋ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਬਣਨ ਦੀ ਇੱਛਾ ਵੀ ਨਾਲ ਚੱਲਦੀ ਰਹੂਗੀ। ਸਭ ਤੋਂ ਵੱਡਾ ਬਣਨ ਦੀ ਉਹਦੀ ਇਹ ਹੁੰਦੀ ਰਹੂਗੀ ਕਿਉਂਕਿ ਉਹ ਈਗੋ ਹੈ, ਉਹਦੇ ਵਿੱਚ ਮੈਂ ਹੈ ਕਿ ਮੈਂ ਸਭ, ਮੇਰੇ ਬੱਚੇ, ਮੇਰਾ ਸੰਸਾਰ, ਮੇਰੀ ਕਮਿਊਨਿਟੀ, ਮੈਂ ਜਿਹੜੀ ਮੈਂ ਵਾਲੀ ਗੱਲ ਹੈ ਨਾ ਉਹਦੇ 'ਚ ਕਿਤੇ ਨਾ ਕਿਤੇ ਹੰਕਾਰ ਲੈ ਕੇ ਆਊਗੀ। ਜਦੋਂ ਹੰਕਾਰ ਆਊਗਾ ਤਾਂ ਫਿਰ ਗੁਰੂ ਮਹਾਰਾਜ ਦੀ ਜਿਹੜੀ ਸਾਡੀ ਇੱਕ ਉਹਨਾਂ ਨੇ ਸਾਨੂੰ ਫਿਲੋਸਫੀ ਦਿੱਤੀ ਹੈ ਨਿਰਵੈਰ ਨਿਰਭਉ, ਉਹ ਨਹੀਂ ਕਰ ਸਕਦਾ। ਉਹਦਾ ਅੱਗੇ ਭਾਈ ਗੁਰਦਾਸ ਦੱਸਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਇਸ ਗੱਲ ਨੂੰ ਆਪਾਂ ਸਮਝ ਲਈਏ, ਦੋ ਚੀਜ਼ਾਂ ਨੂੰ ਹੀ ਸਮਝ ਲਈਏ। ਜਦੋਂ ਬੰਦੇ ਦੇ ਵਿੱਚ ਈਗੋ ਹੈ, ਜਦੋਂ ਕਿਸੇ ਵਿੱਚ ਵੀ ਜਦੋਂ ਉਹ ਇਹ ਸੋਚਦਾ ਹੈ ਕਿ ਮੈਂ ਕੀਤਾ, ਮੈਂ ਕਰ ਰਿਹਾ ਔਰ ਮੈਂ ਹੀ ਕਰਨਾ ਹੈ, ਤਾਂ ਉਦੋਂ ਉਹ ਕਿਤੇ ਨਾ ਕਿਤੇ ਆਪਣੇ ਸਤਿਗੁਰੂ ਨੂੰ ਛੱਡ ਜਾਂਦਾ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਜਦੋਂ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਕਰੇ ਕਰਾਏ ਆਪੇ ਆਪ, ਤਾਂ ਬਹੁਤ ਲੋਕ ਕਹਿੰਦੇ ਨੇ ਕਿ ਮਾੜਾ ਕੰਮ ਵੀ ਹੁੰਦਾ, ਫਿਰ ਉਹ ਨਹੀਂ ਕਰੇ ਕਰਾਏ ਆਪੇ ਆਪ। ਬਹੁਤ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਜੇ ਪਰਮਾਤਮਾ ਹੀ ਸਾਰਾ ਕੁਝ ਕਰ ਰਿਹਾ ਹੈ, ਜਾਂ ਜਿਸ ਨੂੰ ਤੁਸੀਂ ਰੱਬ ਕਹਿੰਦੇ ਆ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਜੇ ਉਹੀ ਸਾਰਾ ਕੁਝ ਕਰ ਰਿਹਾ ਫਿਰ ਮਾੜੇ ਕੰਮ ਕਿੱਦਾਂ ਹੋ ਰਹੇ ਨੇ? ਤਾਂ ਇਸ ਦਾ ਜਵਾਬ ਮੈਂ ਇੱਕ ਵਾਰੀ ਪਹਿਲਾਂ ਵੀ ਦਿੱਤਾ ਸੀਗਾ, ਡਾਇਰੈਕਟ ਨਹੀਂ ਬਟ ਇਨਡਾਇਰੈਕਟ ਮੈਂ ਜਵਾਬ ਇਸ ਗੱਲ ਦਾ ਜ਼ਰੂਰ ਦਿੱਤਾ ਸੀ ਕਿ ਜਦੋਂ ਸਾਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਵਿਵੇਕਤਾ ਦੇ ਨਾਲ, ਤੁਹਾਡੇ ਨਾਲ ਵਿਵੇਕ ਬੁੱਧੀ ਦਾ, ਕਿਉਂਕਿ ਸਾਨੂੰ ਪਹਿਲਾਂ ਹੀ ਜਿਹੜਾ ਸਿਧਾਂਤ ਗੁਰੂ ਮਹਾਰਾਜ ਦਿੰਦੇ ਨੇ, ਗੁਰੂ ਨਾਨਕ ਪਾਤਸ਼ਾਹ, ਉਹ ਵਿਵੇਕ ਬੁੱਧੀ ਦਾ ਦਿੰਦੇ ਨੇ। ਸਭ ਬੇਸ਼ੱਕ ਜੋ ਕਰ ਰਿਹਾ ਉਹ ਕਰ ਰਿਹਾ, ਪਰ ਨਾਲ ਉਹਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ। ਔਰ ਵਿਵੇਕ ਬੁੱਧੀ ਸਾਡੀ ਉਦੋਂ ਵਰਤੀ ਜਾਂਦੀ ਹੈ ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ, ਜਦੋਂ ਇਹ ਮੰਨ ਕੇ ਚੱਲਦੇ ਹਾਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਇਹ ਸਿਰਫ ਗੱਲ ਕਰਨ ਜੋਗੀ ਗੱਲ ਨਹੀਂ ਹੈ, ਸਿਰਫ ਇਹ ਨਹੀਂ ਕਿ ਮੈਂ ਬੋਲ ਦਿੱਤਾ ਅਤੇ ਰਟਿਆ ਰਟਾਈ ਗੱਲ ਅੱਗੇ ਚੱਲ ਪਈ, ਇਹ ਨਹੀਂ ਹੈ। ਜਦੋਂ ਮੈਂ ਇਸ ਚੀਜ਼ ਨੂੰ ਮੰਨ ਕੇ ਚੱਲੂੰਗੀ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਅਤੇ ਦੂਸਰੀ ਗੱਲ ਮੈਂ ਇਹ ਮੰਨੂੰਗੀ ਕਿ ਜੋ ਵੀ ਕਰ ਰਿਹਾ ਹੈ ਉਹ ਖੁਦ ਆਪ ਕਰ ਰਿਹਾ, ਕਰੇ ਕਰਾਏ ਆਪੇ ਆਪ। ਜਦੋਂ ਇਹ ਗੱਲ ਮੇਰੇ ਅੰਦਰ ਵਸੂਗੀ, ਜਦੋਂ ਮੈਂ ਇਸ ਨੂੰ ਸਮਝ ਜਾਊਂਗੀ, ਤਾਂ ਮੇਰੇ ਹੱਥ ਕਦੀ ਵੀ ਕੋਈ ਗਲਤ ਕੰਮ ਕਰਨਗੇ ਹੀ ਨਹੀਂ। ਕਿਉਂਕਿ ਜਦੋਂ ਮੈਂ ਕੁਝ ਕਰਨ ਲੱਗੂੰਗੀ, ਮੈਨੂੰ ਲੱਗੂਗਾ ਕਿ ਮੇਰੇ ਪਾਤਸ਼ਾਹ ਮੈਨੂੰ ਦੇਖ ਰਹੇ ਨੇ, ਅਤੇ ਜੇ ਉਹ ਮੈਨੂੰ ਦੇਖ ਰਹੇ ਨੇ, ਜੇ ਉਹਨਾਂ ਦੇ ਹੁਕਮ ਨਾਲ ਸਾਰਾ ਕੁਝ ਹੋ ਰਿਹਾ, ਮੈਂ ਐਗਜ਼ਿਸਟ ਨਹੀਂ ਕਰਦੀ, ਤਾਂ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਸਾਰੇ ਜਿਹੜਾ ਵੀ ਇਹ ਸੋਚੂਗਾ ਕਿ ਮੈਂ ਤਾਂ ਹੈ ਹੀ ਨਹੀਂ, ਸਭ ਪਰਮਾਤਮਾ, ਸਭ ਮੇਰੇ ਸਤਿਗੁਰੂ ਨੇ ਹੀ ਕਰਨਾ ਹੈ ਜੋ ਕਰ ਰਿਹਾ, ਤਾਂ ਮੈਂ ਕਦੀ ਵੀ ਚੋਰੀ ਨਹੀਂ ਕਰ ਸਕਦੀ, ਮੈਂ ਕਦੀ ਵੀ ਕੋਈ ਗਲਤ ਕੰਮ ਨਹੀਂ ਕਰ ਸਕਦੀ। ਕਿਉਂਕਿ ਜਿਹੜੀ ਮੇਰੀ ਕੰਸਾਇੰਸ ਹੈ ਉਹ ਮੈਨੂੰ ਉਦੋਂ ਹੀ ਝੰਜੋੜੂਗੀ ਕਿ ਤੇਰਾ ਸਤਿਗੁਰੂ ਇਹ ਕੰਮ ਨਹੀਂ ਕਰ ਸਕਦਾ, ਤੇਰੇ ਗੁਰੂ ਪਾਤਸ਼ਾਹ ਇਹ ਕੰਮ ਨਹੀਂ ਕਰ ਸਕਦੇ। ਉਦੋਂ ਫਿਰ ਉਸ ਸਮੇਂ, ਕਿਉਂਕਿ ਉਹ ਵਿਵੇਕ ਬੁੱਧੀ ਤੁਹਾਡੀ ਨਾਲ ਆ ਗਈ ਨਾ, ਤਾਂ ਉਸ ਸਮੇਂ ਆਪਾਂ ਆਪਣੇ ਜਿਹੜੇ ਮਾੜੇ ਕਰਮਾਂ ਤੋਂ ਦੂਰ ਹੋ ਜਾਂਦੇ। ਮਾੜੇ ਕਰਮ ਹੁੰਦੇ ਕਦੋਂ ਆ? ਜਦੋਂ ਬੰਦਾ ਇਸ ਹਉਮੈ 'ਚ ਆ ਜਾਂਦਾ ਹੈ ਕਿ ਮੈਂ ਤਗੜਾ। ਇਸੇ ਲਈ ਇਹੀ ਕਾਰਨ ਹੈ ਕਿ ਵੱਡੇ ਤੋਂ ਵੱਡਾ ਬਾਹੂਬਲੀ ਵੀ ਜੋ ਹੈ ਉਹ ਆਪਣੇ ਤੋਂ ਕਮਜ਼ੋਰ ਦੇ ਉੱਤੇ ਹੀ ਅਤਿਆਚਾਰ ਕਰਦਾ, ਆਪਣੇ ਤੋਂ ਵੱਡੇ ਉੱਤੇ ਉੱਪਰ ਉਹ ਕਦੀ ਵੀ ਅਤਿਆਚਾਰ ਨਹੀਂ ਕਰਦਾ, ਚਾਹੇ ਉਹ ਜਿੱਡਾ ਮਰਜ਼ੀ ਵੱਡਾ ਬਾਹੂਬਲੀ ਹੋਵੇ। ਚਾਹੇ ਉਹ ਅਗਰ ਕੋਈ ਕਹੇ ਕਿ ਮੈਂ ਸਭ ਤੋਂ ਵੱਧ ਤਾਕਤਵਰ ਹਾਂ, ਅਤੇ ਫਿਰ ਉਹ ਸਭ ਤੋਂ ਵੱਧ ਤਾਕਤਵਰ ਰਹਿਣਾ ਚਾਹੀਦਾ ਨਾ, ਪਰ ਉਹ ਤਾਕਤਵਰ ਜਿਹੜਾ ਹੈ ਉਹ ਹਮੇਸ਼ਾ ਆਪਣੇ ਤੋਂ ਛੋਟਿਆਂ ਵਾਸਤੇ ਤਾਕਤਵਰ ਹੁੰਦਾ, ਆਪਣੇ ਤੋਂ ਵੱਡਿਆਂ ਵਾਸਤੇ ਉਹ ਹਮੇਸ਼ਾ ਹੱਥ ਜੋੜ ਕੇ ਖੜਾ ਹੁੰਦਾ। ਇਸ ਦੇ ਐਗਜ਼ਾਮਪਲਸ ਜਿਹੜੇ ਨੇ ਉਹ ਅਸੀਂ ਆਪਣੀਆਂ ਹੀ ਜਿਹੜੀਆਂ ਇੰਸਟੀਟਿਊਟਸ ਆ ਉਹਨਾਂ ਦੇ ਵਿੱਚ ਹੀ ਦੇਖ ਲਈਏ, ਆਪਣੇ ਆਸ-ਪਾਸ ਜੋ ਚੱਲ ਰਿਹਾ। ਸਾਡੀਆਂ ਜਿਹੜੀਆਂ ਸਿੱਖ ਇੰਸਟੀਟਿਊਟਸ ਨੇ, ਮੇਰਾ ਉਹਨਾਂ ਨੂੰ ਭੰਡਣ ਦਾ ਕੋਈ ਇਰਾਦਾ ਨਹੀਂ, ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਨੇ
ਉਹਨਾਂ ਦੇ ਉੱਤੇ ਕੋਈ ਬੈਠ ਗਿਆ ਹੋਊਗਾ, ਘੁਸਪੈਠ ਹੋ ਗਈ ਹੋਊਗੀ, ਗਲਤ ਲੋਕ ਵੜ ਗਏ ਹੋਣਗੇ, ਪਰ ਉਹ ਸੰਸਥਾਵਾਂ ਸਾਡੀਆਂ ਨੇ, ਉਹ ਸੰਸਥਾਵਾਂ ਸਾਡੇ ਵਾਸਤੇ ਨੇ। ਸਾਡੇ ਜਦੋਂ ਅਕਾਲੀ ਦਲ ਪਾਰਟੀ ਬਣੀ ਸੀ ਤਾਂ ਉਹ ਅਕਾਲੀ ਜਿਹੜੇ ਸੀਗੇ, ਜਿਹੜੇ ਵਾਕਈ ਅਕਾਲੀ ਸੀ, ਉਹਨਾਂ ਨੇ ਬੜੀ ਜੱਦੋ-ਜਹਿਦ ਨਾਲ ਬਣਾਈ ਸੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਇਤਿਹਾਸ ਹੈ। ਸੋ ਇਹਨਾਂ ਸੰਸਥਾਵਾਂ ਨੂੰ ਆਪਾਂ ਨਹੀਂ ਭੰਡ ਸਕਦੇ। ਕੋਈ ਸਹੀ ਬੰਦਾ ਜਾਂ ਕੋਈ ਗਲਤ ਬੰਦਾ ਵਿੱਚ ਵੜ ਗਿਆ, ਉਹਦੀ ਗੱਲ ਆਪਾਂ ਕਰ ਸਕਦੇ ਹਾਂ। ਖੈਰ, ਇਹਨੂੰ ਆਪਾਂ ਅਗਰ ਧਿਆਨ ਨਾਲ ਦੇਖੀਏ ਤਾਂ ਜਦੋਂ ਆਮ ਜਿਹੜੇ ਕੋਈ ਵੀ ਕੋਈ ਗਰੀਬ ਜਾਂ ਕੋਈ ਮਾੜਾ ਬੰਦਾ ਕਿਸੇ ਵੀ ਬਾਹੂਬਲੀ ਦੇ ਕੋਲ ਜਾਂਦਾ ਤਾਂ ਉਹ ਉਹਦੇ ਉੱਤੇ ਆਪਣਾ ਰੋਹਬ ਜਮਾਉਂਦਾ, ਸੋਚਦਾ ਕਿ ਮੈਂ ਵੱਡਾ, ਉਹ ਹੰਕਾਰ ਦੇ ਵਿੱਚ ਹੁੰਦਾ। ਪਰ ਜਦੋਂ ਉਸ ਹੰਕਾਰੇ ਹੋਏ ਬੰਦੇ ਨੂੰ ਕੋਈ ਵੱਡਾ ਬੰਦਾ ਮਿਲਦਾ ਤਾਂ ਉਹ ਆਪਣੇ ਆਪ ਹੀ ਉਹਦੇ ਹੱਥ ਜੁੜ ਜਾਂਦੇ ਆ। ਸੋ ਉਹ ਜਿਹੜਾ ਹੰਕਾਰ ਹੈ ਨਾ, ਉਹ ਕਨਵੀਨੀਅੰਸ ਦਾ ਹੰਕਾਰ ਹੈ। ਸੋ ਯਾਨੀ ਕਿ ਉਹ ਵੈਰ ਵੀ ਦਿੰਦਾ ਅਤੇ ਭੈ ਵੀ ਦਿੰਦਾ। ਉਹ ਜਿਹੜਾ ਹੰਕਾਰਿਆ ਬੰਦਾ ਉਹ ਭੈ ਵਿੱਚ ਵੀ ਹੈ ਅਤੇ ਵੈਰ ਦੇ ਵਿੱਚ ਵੀ ਹੈ। ਵੈਰ ਕਿਹਦੇ ਨਾਲ ਕੱਢੂਗਾ? ਆਪਣੇ ਤੋਂ ਕਮਜ਼ੋਰ ਦੇ ਨਾਲ। ਔਰ ਭੈ ਕਿਹਦੇ ਤੋਂ ਮੰਨੂਗਾ? ਆਪਣੇ ਤੋਂ ਉੱਪਰ ਵਾਲੇ ਨਾਲ। ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਦੇ ਸਿੱਖ ਦਾ ਕਿਰਦਾਰ, ਜਿਸ ਨੂੰ ਆਪਾਂ ਕਿਰਦਾਰੇ ਖਾਲਸਾ ਕਹਿੰਦੇ ਹਾਂ, ਉਹ ਜਦੋਂ ਗੁਰੂ ਮਹਾਰਾਜ ਦੇ ਘਰ ਦੇ ਵਿੱਚ 300 ਸਾਲ ਸਾਡੀ ਬਕਾਇਦਾ ਜਿਹੜੀ ਹੈ, ਉਹ ਅਸੀਂ ਅਗਰ ਆਪਣਾ ਇਤਿਹਾਸ ਦੇਖੀਏ ਪੂਰਾ, ਤਾਂ ਸਾਨੂੰ ਸਮਝ ਆਉਂਦੀ ਹੈ ਕਿ ਉਹ ਜਿਹੜਾ ਕਿਰਦਾਰ ਸਿਰਜਿਆ ਗਿਆ, ਉਸ ਕਿਰਦਾਰ ਦੇ ਵਿੱਚ ਨਾ ਤਾਂ ਭੈ ਹੈ ਅਤੇ ਨਾ ਵੈਰ ਹੈ। ਭੈ ਦਿੰਦੇ ਵੀ ਨਹੀਂ ਔਰ ਕਿਸੇ ਦਾ ਭੈ ਮੰਨਦੇ ਵੀ ਨਹੀਂ। ਉਹ ਕਿੱਦਾਂ ਹੋ ਗਿਆ? ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਪਹਿਲੀ ਗੱਲ ਜਿਹੜੀ ਹੈ, ਉਹਨਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣਾ ਆਪ ਗਵਾ ਲਿਆ। ਉਹ ਸਿੱਖਾਂ ਜਿਹੜੀ ਉਹ ਨਿਸ਼ਕਾਮ ਅਵਸਥਾ ਹੈ, ਸਿੱਖ ਦੀ ਨਿਸ਼ਕਾਮ ਅਵਸਥਾ, ਉਸ ਵੱਲ ਨੂੰ ਉਹ ਵੱਧ ਲਏ। ਉਹ ਕਿਸ ਤਰ੍ਹਾਂ ਵੱਧ ਲਏ ਕਿ ਉਹਨਾਂ ਨੇ ਆਪਣੇ ਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਔਰ ਇਹ ਸਮਝ ਲਿਆ ਕਿ ਜੋ ਵੀ ਹੈ ਉਹ ਮੇਰਾ ਗੁਰੂ ਹੀ ਹੈ, ਮੈਂ ਕਿਤੇ ਐਗਜ਼ਿਸਟ ਨਹੀਂ ਕਰਦਾ ਜਾਂ ਮੈਂ ਕਿਤੇ ਐਗਜ਼ਿਸਟ ਨਹੀਂ ਕਰਦੀ। ਉਹਨਾਂ ਨੇ ਆਪਣਾ ਆਪ, ਆਪਣੇ ਅੰਦਰੋਂ ਆਪਣਾ ਆਪ ਜਿਹੜਾ ਗਵਾ ਲਿਆ। ਇਹੀ ਕਾਰਨ ਸੀ ਕਿ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੀ ਗ੍ਰਸਤ ਵੀ ਸੰਭਾਲੀ, ਉਹਨਾਂ ਨੇ ਆਪਣੇ ਜੋ ਵੀ ਉਹਨਾਂ ਦੇ ਰਿਸਪੋਂਸੀਬਿਲਿਟੀ ਸੀਗੀਆਂ ਉਹ ਵੀ ਪੂਰੀਆਂ ਕੀਤੀਆਂ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦਾ ਜਿਹੜਾ ਆਪਣੇ ਗੁਰੂ ਨਾਲ ਲਿਵ ਹੈ ਉਹ ਨਹੀਂ ਟੁੱਟੀ। ਇਹੀ ਕਾਰਨ ਹੈ ਕਿ ਉਹਨਾਂ ਉੱਤੇ ਮਾਇਆ ਹਾਵੀ ਨਹੀਂ ਹੋ ਸਕੀ। ਇਹੀ ਕਾਰਨ ਹੈ ਕਿ ਉਹਨਾਂ ਦੇ ਉੱਤੇ ਮਾਇਆ ਇਸ ਤਰੀਕੇ ਨਾਲ ਨਹੀਂ ਆ ਸਕੀ ਕਿ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈ ਜਾਏ ਕਿ ਸਾਨੂੰ ਕੁਛ ਵੱਧ ਵਧੀਆ ਮਿਲ ਜਾਊਗਾ। ਜੇ ਅੱਜ ਕੱਲ੍ਹ ਵਾਲੇ ਜਿਹੜੇ ਆਪਣੇ ਸਿੱਖ ਨੇ, ਜਿਹੜੇ ਖਾਸ ਤੌਰ 'ਤੇ ਆਮ ਸਿੱਖਾਂ ਦੀ ਮੈਂ ਗੱਲ ਨਹੀਂ ਕਰਦੀ, ਆਮ ਤੋਂ ਮੇਰਾ ਮਤਲਬ ਹੈ ਕਿ ਮੇਰੇ ਤੁਹਾਡੇ ਵਰਗੇ ਆਪਾਂ ਜਿਹੜੇ ਸਿੱਖ ਆ ਉਹਨਾਂ ਦੀ ਗੱਲ ਨਹੀਂ ਕਰਦੀ, ਕਿਉਂਕਿ ਜਿੰਨੀ ਪਰਪੱਕ, ਜਿੰਨੀ ਪੱਕੀ ਸਿੱਖੀ ਮੈਂ ਗਰੀਬਾਂ ਦੇ ਘਰਾਂ 'ਚ ਵੇਖੀ ਹੈ, ਜਿਹਨੂੰ ਸੋ ਕਾਲਡ ਆਪਾਂ ਲੋਕ ਗਰੀਬ ਕਹਿ ਲੈਂਦੇ ਹਾਂ, ਉਨੀ ਪੱਕੀ ਸਿੱਖੀ ਮੈਂ ਵੱਡਿਆਂ ਮਹਿਲਾਂ 'ਚ ਨਹੀਂ ਦੇਖੀ। ਜਿੱਡੇ ਉੱਚੇ ਮਹਿਲ ਮੁਨਾਰੇ ਨੇ, ਮੈਂ ਉਨੀ ਕੱਚੀ ਸਿੱਖੀ ਉਹਨਾਂ ਦੇ ਵਿੱਚ ਵੇਖੀ ਹੈ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਮਹਿਲ ਮੁਨਾਰਿਆਂ ਵਾਲੇ ਕੱਚੀ ਸਿੱਖੀ ਵਾਲੇ ਨੇ। ਸੋ ਆਪਾਂ ਜਨਰਲਾਈਜ਼ ਕਦੀ ਨਹੀਂ ਕਰ ਸਕਦੇ। ਖੈਰ, ਜਦੋਂ ਉਹ ਜਿਹੜੇ ਸਿੱਖ ਨੇ, ਜਿਹੜੇ ਗਰੀਬ ਸਿੱਖ ਨੇ, ਜਿਨ੍ਹਾਂ ਨੂੰ ਆਪਾਂ ਅੱਜ ਕਹਿੰਦੇ ਹਾਂ, ਮੈਂ ਵੀ ਉਹਨਾਂ ਵਿੱਚ ਹੀ ਆਉਂਦੀ ਹਾਂ, ਤੁਸੀਂ ਵੀ ਉਹਨਾਂ ਵਿੱਚ ਹੀ ਆਉਂਦੇ, ਆਪਾਂ ਉਹਨਾਂ ਸਿੱਖਾਂ ਦੇ ਵਿੱਚ ਹੀ ਆਉਂਦੇ, ਆਪਣੀ ਘਰਾਂ ਦੀ ਗੱਲ ਨਹੀਂ ਕਰ ਰਹੇ। ਪਰ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ, ਜਿਹੜੇ ਸਿੱਖਾਂ ਦੇ ਕੋਲ ਕੁਰਸੀਆਂ ਨੇ, ਬੜੇ ਵੱਡੇ ਅਹੁਦੇ ਨੇ ਔਰ ਬਾਕਾਇਦਾ ਉਹਨਾਂ ਅਹੁਦਿਆਂ ਦੇ ਉੱਤੇ ਬੈਠ ਕੇ ਉਹ ਸਿੱਖਾਂ ਦਾ ਬਹੁਤ ਕੁਝ ਸਵਾਰ ਸਕਦੇ ਸੀ, ਸਿੱਖੀ ਦਾ ਬਹੁਤ ਕੁਝ ਸਵਾਰ ਸਕਦੇ ਸੀ। ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉਹਨਾਂ ਅਹੁਦਿਆਂ ਨੂੰ ਇਸਤੇਮਾਲ ਕੀਤਾ ਆਪਣਾ ਇੱਕ ਫੇਸ ਬਣਾਉਣ ਦੇ ਲਈ ਔਰ ਆਪਣਾ ਜਿਹੜਾ ਸਿਰ ਦਾ ਮੁੱਲ ਹੈ ਨਾ ਉਹ ਥੋੜ੍ਹਾ ਵਧਾਉਣ ਦੇ ਲਈ। ਜਦੋਂ ਉਹਨਾਂ ਨੂੰ ਆਪਣਾ ਵਾਜਬ ਮੁੱਲ ਮਿਲ ਗਿਆ ਤਾਂ ਉਹਨਾਂ ਨੇ ਸਿੱਖੀ ਛੱਡ ਦਿੱਤੀ। ਸਿੱਖੀ ਛੱਡ ਦੇਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਆਪਣੇ ਦਾੜੀ ਕੇਸ ਕਤਲ ਕਰਾ ਦਿੱਤੇ ਨਾ। ਸਿੱਖੀ ਛੱਡ ਦੇਣ ਦਾ, ਮੈਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਸਿੱਖੀ ਕਮਾਉਣੀ ਪੈਂਦੀ ਹੈ। ਸਿੱਖੀ ਨਾ ਤਾਂ ਭੇਸ ਦੇ ਨਾਲ ਆਉਣੀ ਹੈ, ਨਾ ਇਕੱਲੀ ਬਾਣੀ 'ਚ ਆਉਣੀ ਹੈ, ਨਾ ਇਕੱਲੇ ਬਾਣੇ 'ਚ ਆਉਣੀ ਹੈ। ਤੁਸੀਂ ਕਿਸੇ ਨੂੰ ਪੂਰੀ ਤਰ੍ਹਾਂ ਨਾਲ ਬਾਣੀ ਰੱਟੀ ਹੋਊਗੀ। ਆਹ ਜਿਹੜੇ RSS ਨੇ ਜਿਹੜੀ ਸਿੱਖ ਸ਼ਾਖਾ ਬਣਾਈ ਹੋਈ ਹੈ, ਸਿੱਖਾਂ ਦੀ ਆਪਣੀ ਇੱਕ ਸ਼ਾਖਾ ਬਣਾਈ ਹੋਈ ਹੈ, ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਹੈ। ਉਹ ਸਾਡੇ ਤੋਂ ਵਧੀਆ ਗੁਰਬਾਣੀ ਪੜ੍ਹਦੇ ਆ, ਸਾਡੇ ਤੋਂ ਵਧੀਆ ਗੁਰਬਾਣੀ ਉਹਨਾਂ ਨੂੰ ਤੋਤੇ ਵਾਂਗੂ ਰੱਟੀ ਹੋਈ ਹੈ ਨਾ। ਔਰ ਕਈਆਂ ਨੇ ਉਹਨਾਂ ਨੇ ਬਾਣੇ ਵੀ ਪ੍ਰੋਪਰ ਪਾਏ ਹੋਏ ਆ, ਉਹ ਟ੍ਰੇਨਡ ਲੋਕ ਨੇ। ਪਰ ਕਿਆ ਉਹਨਾਂ ਦੇ ਅੰਦਰ ਸਿੱਖੀ ਵਾਸ ਕਰਦੀ ਹੈ? ਕਿਆ? ਕਿਉਂਕਿ ਇਹ ਗੁਰੂ ਪ੍ਰਸਾਦ ਹੈ, ਇਹ ਗੁਰੂ ਦਾ ਪ੍ਰਸਾਦ ਮਿਲਣਾ। ਔਰ ਗੁਰੂ ਦਾ ਪ੍ਰਸਾਦ ਨਾ ਫਲ, ਨਾ ਕਿਸੇ ਫਰੇਬ ਨਾਲ ਆਉਣਾ, ਨਾ ਕਿਸੇ ਵਲ ਨਾਲ ਆਉਣਾ। ਉਹ ਤਾਂ ਗੁਰੂ ਮਹਾਰਾਜ ਦੀ ਨਿਗਾਹ ਸਵੱਲੀ ਹੋਊਗੀ ਤਾਂ ਹੀ ਆਉਣਾ। ਔਰ ਹੋਊਗੀ ਕਦੋਂ? ਜਦੋਂ ਸਾਡਾ ਅੰਤਰ ਮਨ ਪਵਿੱਤਰ ਹੋਇਆ।
ਸੋ ਜਿਹੜੀ ਇਹ ਗੱਲ ਨੇ ਜਿਹੜੀ ਆਪਾਂ ਨੂੰ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਸਿੱਖ ਦੀ ਨਿਸ਼ਕਾਮ ਅਵਸਥਾ ਕੀ ਹੈ, ਜਦ ਤੱਕ ਸਿੱਖ ਆਪਣੀ ਉਸ ਨਿਸ਼ਕਾਮ ਅਵਸਥਾ ਨੂੰ ਅਚੀਵ ਨਹੀਂ ਕਰ ਲੈਂਦਾ ਤੇ ਸਿੱਖੀ ਦੇ ਘਰ ਦੇ ਵਿੱਚ, ਕਿਉਂਕਿ ਸਿੱਖੀ ਆਪਣੇ ਆਪ 'ਚ ਹੀ ਨਿਸ਼ਕਾਮ ਹੈ, ਉਹਦੀ ਐਂਟਰੀ ਨਹੀਂ ਹੋਣੀ। ਔਰ ਜਦੋਂ ਐਂਟਰੀ ਨਹੀਂ ਹੋਣੀ ਤਾਂ ਉਦੋਂ ਉਸ ਸਮੇਂ ਜਾ ਕੇ ਆਪਾਂ ਜੋ ਮਰਜ਼ੀ ਜਿਸ ਤਰੀਕੇ ਨਾਲ ਮਰਜ਼ੀ ਆਪਾਂ ਦੇਖੀ ਚੱਲੀਏ ਤਾਂ ਫਿਰ ਉਹ ਸੇਵਾ ਨਹੀਂ ਹੋਣੀ। ਮੈਨੂੰ ਕਿਸੇ ਨੇ ਇਹ ਗੱਲ ਕਹੀ ਸੀ ਕਿ ਜਦੋਂ ਤੁਸੀਂ ਸੇਵਾ ਦੀ ਗੱਲ ਕਰਦੇ ਆ ਕਿ ਨਿਸ਼ਕਾਮ, ਹੁਣ ਆਪਾਂ ਕਿਸੇ ਦੇ ਅੰਦਰ ਪੈ ਕੇ ਤਾਂ ਦੇਖਿਆ ਨਹੀਂ, ਬਿਲਕੁਲ ਅੰਦਰ ਪੈ ਕੇ ਨਹੀਂ ਵੇਖਿਆ। ਮੈਂ ਤੁਹਾਨੂੰ ਜੱਜ ਕਰਨ ਵਾਲੀ ਕੋਈ ਨਹੀਂ, ਤੁਸੀਂ ਮੈਨੂੰ ਜੱਜ ਕਰਨ ਵਾਲੇ ਕੋਈ ਨਹੀਂ। ਆਪਾਂ ਜਵਾਬਦੇਹ ਹਾਂ ਇੱਕ ਪਰਮਾਤਮਾ ਨੂੰ, ਇੱਕ ਸਤਿਗੁਰੂ ਨੂੰ, ਉਸ ਗੁਰੂ ਨੂੰ ਜਿਹਨੇ ਸਾਡੇ ਲਈ ਬਹੁਤ ਕੁਛ ਵਾਰ ਦਿੱਤਾ। ਅਸੀਂ ਉਸ ਨੂੰ ਜਵਾਬਦੇਹ ਹਾਂ। ਆਪਾਂ ਆਪਣੇ ਆਪ ਨੂੰ ਸਿਰਫ ਆਪਣੇ ਅੰਦਰ ਝਾਤੀ ਮਾਰ ਕੇ ਇੱਕ ਵਾਰੀ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਕਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੜਾ ਹੋ ਕੇ ਕਹਿ ਸਕਦਾ ਹਾਂ ਜਾਂ ਕਹਿ ਸਕਦੀ ਹਾਂ ਕਿ ਮੈਂ ਤੁਹਾਡਾ ਪੁੱਤਰ ਜਾਂ ਪੁੱਤਰੀ ਹਾਂ। ਸਿਰਫ ਇੰਨੀ ਗੱਲ ਸੋਚੀਏ ਕਿ ਅਗਰ ਗੁਰੂ ਪਾਤਸ਼ਾਹ ਸਾਡੇ ਸਾਹਮਣੇ ਖੜੇ ਹੋਣ ਤਾਂ ਕਿਆ ਅਸੀਂ ਉਹਨਾਂ ਵੱਲ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਮਹਾਰਾਜ ਅਸੀਂ ਤੁਹਾਡੇ ਜੋ ਤੁਸੀਂ ਸਾਨੂੰ ਹੁਕਮ ਦਿੱਤੇ ਸੀ ਅਸੀਂ ਉਹਨਾਂ ਤੋਂ ਇੱਧਰ ਉੱਧਰ ਨਹੀਂ ਹੋਏ। ਸਿਰਫ ਇੰਨੀ ਆਪਾਂ ਆਪਣੇ ਆਪ ਨੂੰ ਸਵਾਲ ਪੁੱਛੀਏ, ਅਸੀਂ ਕਿਸੇ ਨੂੰ ਜੱਜ ਨਹੀਂ ਕਰਨਾ। ਜਦੋਂ ਸਾਨੂੰ ਇਹ ਸਵਾਲਾਂ ਦੇ ਜਵਾਬ ਮਿਲਣੇ ਸ਼ੁਰੂ ਹੋ ਗਏ ਤਾਂ ਅਸੀਂ ਆਪਣੇ ਆਪ ਹੀ ਸਮਝਣਾ ਸ਼ੁਰੂ ਕਰ ਦਾਂਗੇ ਕਿ ਭਾਈ ਗੁਰਦਾਸ ਦੋ ਗੱਲਾਂ ਕਿਉਂ ਲਿਖਦੇ ਨੇ, ਸਿੱਖੀ ਨਿਸ਼ਕਾਮ ਹੈ ਤੇ ਸਿੱਖਾਂ ਦੀ ਨਿਸ਼ਕਾਮ ਅਵਸਥਾ। ਜਦ ਤੱਕ ਸਿੱਖ ਆਪਣੀ ਅਵਸਥਾ ਨਿਸ਼ਕਾਮ ਨਹੀਂ ਬਣਾਉਂਦਾ ਤਦ ਤੱਕ ਉਹਦੀ ਜਿਹੜੀ ਸੇਵਾ ਉਹ ਉਨੀ ਕੀ ਵਾਜਬ ਹੈ ਜਿੰਨੀ ਕਿ ਜਿੱਦਾਂ ਕ੍ਰਿਸਚਨ ਮਿਸ਼ਨਰੀਜ਼ ਜੋ ਕਨਵਰਟ ਕਰਦੇ ਨੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਉਹ ਘਰ ਘਰ ਜਾਂਦੇ ਨੇ, ਜਿੰਨਾ ਵੀ ਲੋਕਾਂ ਕੋਲ ਜਾਂਦੇ ਨੇ, ਅਤੇ ਬਾਕਾਇਦਾ ਉਹਨਾਂ ਨੂੰ ਪੈਸੇ ਦਾ ਲਾਲਚ ਦਿੰਦੇ ਆ। ਔਰ ਲਾਲਚ ਹੁਣ ਇਹ ਨਹੀਂ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਤੁਸੀਂ 10,000 ਰੁਪਇਆ ਲਓ ਕਨਵਰਟ ਕਰ ਜਾਓ, ਨਹੀਂ। ਉਹਨਾਂ ਦੇ ਘਰ 'ਚ ਕੋਈ ਬਿਮਾਰ ਆ ਉਹਦਾ ਇਲਾਜ ਕਰਾ ਦਿੰਦੇ ਨੇ, ਪਰ ਉਹਦੇ ਪਿੱਛੇ ਉਹਨਾਂ ਦੀ ਸੋਚ ਕੀ ਹੈ ਕਿ ਇਹ ਕਨਵਰਟ ਹੋਊਗਾ, ਔਰ ਉਹਨੂੰ ਕਨਵਰਟ ਕਰਦੇ ਨੇ ਬਾਕਾਇਦਾ। ਪਿੱਛੇ ਜੇ ਨਵਤੇਜ ਹੌਸਪੀਟਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਉੱਥੇ ਬਾਈ ਗੁੱਗੂ ਜਿਹੜੇ ਹੈਗੇ ਨਵਤੇਜ ਸਿੰਘ ਗੁੱਗੂ, ਉਹ ਦੱਸ ਰਹੇ ਸੀਗੇ ਕਿ ਆਹ ਦੇਖੋ, ਔਰ ਬਾਕਾਇਦਾ ਫੈਮਿਲੀ ਬੈਠੀ ਸੀ ਕਿ ਇਹਨਾਂ ਦੇ ਪਰਿਵਾਰ ਦਾ ਬੱਚਾ ਜਿਹੜਾ ਬਿਮਾਰ ਹੈ ਤਾਂ ਉਹ ਜਿਹੜੇ ਕ੍ਰਿਸਚਨ ਪਾਦਰੀ ਉਹਨਾਂ ਕੋਲ ਆਏ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਨਵਰਟ ਹੋਵੋ, ਤੁਸੀਂ ਕ੍ਰਿਸਚਨ ਬਣ ਜਾਓ ਅਤੇ ਅਸੀਂ ਤੁਹਾਡੇ ਬੱਚੇ ਦਾ ਇਲਾਜ ਕਰਾਉਂਦੇ ਹਾਂ। ਅਤੇ ਨਾਲੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੇ ਆਹ ਕੜਾ ਹੈ ਵੀ ਇਹ ਨਹੀਂ, ਕੜਾ ਨਹੀਂ ਪਾਉਣਾ, ਯਾਨੀ ਕਿ ਜੋ ਸਿੱਖੀ ਦੇ ਨਿਸ਼ਾਨ ਨੇ ਉਹ ਨਹੀਂ ਪਾਉਣੇ, ਤਾਂ ਤੁਸੀਂ ਕਨਵਰਟ ਹੋਵੋ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਬਾਕਾਇਦਾ ਆਪਣੇ ਸਾਰੇ ਸਿੱਖੀ ਨੂੰ ਤਿਆਗ ਦਿਓ। ਤਾਂ ਉਹ ਉਸ ਜਗ੍ਹਾ ਦੇ ਉੱਤੇ ਸੀਗਾ। ਹੁਣ ਅਗਰ ਕਿਸੇ ਨੂੰ ਕੋਈ ਦੇਖੇ ਅਤੇ ਕਹੇ ਕਿ ਬਈ ਉਹ ਸੇਵਾ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਤਾਂ ਕਿਸੇ ਇੱਕ ਗਰੀਬ ਦੀ ਜਿਹੜਾ ਆਪਣੇ ਬੱਚੇ ਦਾ ਇਲਾਜ ਨਹੀਂ ਕਰਾ ਪਾ ਰਿਹਾ ਉਹਦਾ ਇਲਾਜ ਕਰਨ ਦੀ ਗੱਲ ਕਰ ਰਹੇ ਨੇ ਨਾ, ਤਾਂ ਉਹ ਸੇਵਾ, ਪਰ ਉਹ ਨਿਸ਼ਕਾਮ ਸੇਵਾ ਨਹੀਂ ਹੈ। ਐਸੀ ਸੇਵਾ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨਗੀ ਨਹੀਂ ਮਿਲੂਗੀ। ਅਗਰ ਅਸੀਂ ਜਾਈਏ ਕਿਸੇ ਕੋਲ, ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਆਪਾਂ ਸਿੱਖ ਕਿਉਂ ਨਹੀਂ ਇੱਦਾਂ ਕਰਦੇ, ਆਪਾਂ ਵੀ ਜਾਂਦੇ ਹਾਂ, ਸਾਡੇ ਲੋਕ ਇੰਨੇ ਲੰਗਰ ਲਾਉਂਦੇ, ਇੰਨੇ ਸਾਰਾ ਕੁਛ ਕਰਦੇ ਨੇ, ਆਪਾਂ ਵੀ ਜਾਂਦੇ ਹਾਂ। ਜਿਹੜੇ ਨੌਨ ਸਿੱਖ ਨੇ ਉਹਨਾਂ ਦੇ ਘਰਾਂ ਵਿੱਚ ਜਾਈਏ, ਉਹਨਾਂ ਦੀਆਂ ਘਰਾਂ ਦੀਆਂ ਪ੍ਰੋਬਲਮ ਸੋਲਵ ਕਰੀਏ ਅਤੇ ਨਾਲੇ ਸ਼ਰਤ ਰੱਖ ਲਈਏ ਕਿ ਸ਼ਰਤ ਇਹ ਹੈ ਕਿ ਤੁਸੀਂ ਬਣੋਗੇ ਸਿੱਖ। ਅਤੇ ਮੈਂ ਉਦੋਂ ਇਸੇ ਕਰਕੇ ਹੱਸ ਪੈਂਦੀ ਹੁੰਦੀ ਹਾਂ ਕਿ ਹਾਂ, ਸਾਨੂੰ ਕਰਨਾ ਚਾਹੀਦਾ ਸਾਨੂੰ, ਕਿਉਂਕਿ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਦੀ ਸਿਫਤ ਹੀ ਇਹ ਹੈ ਕਿ ਜਿਹਦਾ ਕਿਤੇ ਕੋਈ ਹੱਲ ਨਹੀਂ ਹੁੰਦਾ ਉਹਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਹੱਲ ਜ਼ਰੂਰ ਹੁੰਦਾ। ਸੋ ਬਾਕਾਇਦਾ ਸਾਨੂੰ ਲੋਕਾਂ ਦੇ ਘਰ 'ਚ ਜਾ ਕੇ ਪੁੱਛਣਾ ਚਾਹੀਦਾ, ਜੇ ਪੁੱਛ ਸਕੀਏ ਤਾਂ, ਕਿ ਹਾਂਜੀ ਤੁਹਾਡੀ ਕੀ ਜ਼ਰੂਰਤ ਹੈ, ਅਸੀਂ ਤੁਹਾਡੀ ਜ਼ਰੂਰਤ ਪੂਰੀ ਕਰ ਰਹੇ ਹਾਂ। ਪਰ ਅਗਰ ਅਸੀਂ ਨਾਲੇ ਸ਼ਰਤ ਲਗਾ ਦਾਂਗੇ ਨਾ ਕਿ ਅਸੀਂ ਤੁਹਾਡੀ ਜ਼ਰੂਰਤ ਪੂਰੀ ਕਰਾਂਗੇ ਉਦੋਂ ਜਦੋਂ ਤੁਸੀਂ ਸਿੱਖ ਬਣ ਜਾਓਗੇ, ਜਾਂ ਤੁਸੀਂ ਸਿੱਖ ਬਣੋਗੇ, ਇਸ ਸ਼ਰਤ ਦੇ ਉੱਤੇ ਅਸੀਂ ਤੁਹਾਡੀ ਜ਼ਰੂਰਤ ਪੂਰੀ ਕਰਾਂਗੇ, ਉਹ ਸੇਵਾ ਪ੍ਰਵਾਨ ਨਹੀਂ ਹੋਣੀ। ਕਿਉਂਕਿ ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਦਾ ਜਿਹੜਾ ਸਿਧਾਂਤ ਸਾਨੂੰ ਉਹ ਦਿੰਦੇ ਨੇ, ਉਹ ਸਿਧਾਂਤ ਨਹੀਂ ਹੈ। ਸੋ ਇਸ ਕਰਕੇ ਜਿਹੜੀ ਸਿੱਖੀ ਹੈ ਨਾ, ਇਸੇ ਲਈ ਸ਼ਾਇਦ ਕਿਹਾ ਹੈ ਕਿ ਸਿੱਖੀ ਜਿਹੜੀ ਆ ਉਹ ਖੰਡਿਓਂ ਤਿੱਖੀ ਆ। ਹਰ ਜਣੇ ਖਣੇ ਦਾ, ਮੇਰੇ ਵਰਗੇ ਦਾ ਕੋਈ ਕੰਮ ਨਹੀਂ ਹੈ ਕਿ ਇੰਝ ਹੀ ਉਹ ਖੰਡੇ ਦੀ ਧਾਰ ਦੇ ਉੱਤੇ ਤੁਰਨ ਦੇ ਬਰਾਬਰ ਗੱਲ ਹੈ, ਇੱਦਾਂ ਨਹੀਂ ਹੁੰਦਾ। ਪਿੱਛੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਭਾਜੀ ਹੈਗੇ ਆ, ਉਹਨਾਂ ਨੇ ਇੱਕ ਕ੍ਰਿਸਚਨ ਸੀਗਾ ਕੋਈ, ਉਹਨੂੰ ਵਿਚਾਰੇ ਨੂੰ ਰਾਹ ਦੇ ਵਿੱਚੋਂ ਚੱਕ ਕੇ ਲਿਆਏ, ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਉਹ ਸੀ, ਔਰ ਉਹਨਾਂ ਨੇ ਆ ਕੇ ਉਹਦਾ ਇਲਾਜ ਵੀ ਕਰਾਇਆ। ਖੈਰ ਜਦੋਂ ਉਹ ਪ੍ਰਾਣ ਤਿਆਗ ਗਏ ਤਾਂ ਉਹਨਾਂ ਨੇ ਬਾਕਾਇਦਾ ਇਨਫੋਰਮੇਸ਼ਨ ਸ਼ੇਅਰ ਕੀਤੀ ਸਾਰਿਆਂ ਨਾਲ ਕਿ ਕਿਉਂਕਿ ਇਹ ਕ੍ਰਿਸਚਨ ਸੀ
ਤੇ ਬਾਕੀ ਤੇ ਜਦੋਂ ਵੀ ਕੋਈ ਹੁੰਦਾ ਤੇ ਫਿਰ ਅਸੀਂ ਸਿੱਖ ਰਵਾਇਤਾਂ ਦੇ ਨਾਲ ਉਹਨਾਂ ਦਾ ਸੰਸਕਾਰ ਕਰ ਦਈਦਾ ਤੇ ਫਿਰ ਅਰਦਾਸ ਕਰ ਲਈਦੀ ਆ। ਪਰ ਕਿਉਂਕਿ ਕ੍ਰਿਸਚਨ ਸੀ ਤੇ ਸਾਨੂੰ ਤੁਹਾਡੀਆਂ ਰਵਾਇਤਾਂ ਨਹੀਂ ਪਤਾ, ਸੋ ਇਸ ਕਰਕੇ ਤੁਸੀਂ ਆਪਣੇ ਜਿਹੜੇ ਕੋਈ ਵੀ ਆ ਜਾਓ ਤੁਹਾਡੀ ਕਮਿਊਨਿਟੀ ਵਿੱਚੋਂ ਤੇ ਇਹਨਾਂ ਦਾ ਜਿਹੜਾ ਜੋ ਵੀ ਅੰਤਿਮ ਕਿਰਿਆਵਾਂ ਹੁੰਦੀਆਂ ਉਸ ਕ੍ਰਿਸਚਨ ਸੱਭਿਅਤਾ ਦੇ ਅਕੋਰਡਿੰਗ ਆਪਾਂ ਕਰ ਸਕੀਏ। ਔਰ ਬਕਾਇਦਾ ਉੱਥੇ ਪਾਦਰੀ ਪਹੁੰਚੇ, ਉਹਨਾਂ ਨੇ ਜਾ ਕੇ ਜੋ ਵੀ ਪ੍ਰੇਅਰ ਕੀਤੀ ਔਰ ਉਹ ਸਾਰੇ ਲਾਗੇ ਖੜੇ ਸੀਗੇ। ਹੁਣ ਇਹ ਹੈ ਸਿੱਖ, ਇਹ ਹੈ ਸਿੱਖ ਦੀ ਨਿਸ਼ਕਾਮ ਅਵਸਥਾ। ਉਹਨਾਂ ਨੇ ਉਹ ਮਰੀ ਹੋਈ ਜਿਹੜੀ ਇੱਕ ਜਿਹੜੀ ਡੈਡ ਬੋਡੀ, ਜਿਹਨੂੰ ਪਤਾ ਨਹੀਂ ਕਿ ਉਹ ਕੀ ਆ, ਉਹਦੇ ਨਾਲ ਵੀ ਇਹ ਵਾਜਿਬ ਨਹੀਂ ਸਮਝਿਆ ਕਿ ਇਹ ਕ੍ਰਿਸਚਨ ਸੀ ਤਾਂ ਮੈਂ ਇਹਨੂੰ ਸਿੱਖਾਂ ਵਾਂਗੂ ਇਹਦਾ ਜਿਹੜਾ ਕਿਰਿਆਕਰਮ ਆ ਉਸ ਕਰ ਦਈਏ। ਉਹਨਾਂ ਨੇ ਉਹ ਵੀ ਵਾਜਿਬ ਨਹੀਂ ਸਮਝਿਆ। ਕੋਈ ਹੋਰ ਅਗਰ ਕਿਸੇ ਹੋਰ ਦੀ ਜਗ੍ਹਾ, ਮੈਂ ਕਿਸੇ ਧਰਮ ਦਾ ਨਾਮ ਨਹੀਂ ਲੈਂਦੀ, ਪਰ ਜੋ ਲੋਕ ਜੀਂਦਿਆਂ ਹੀ ਲੋਕਾਂ ਨੂੰ ਕਨਵਰਟ ਕਰਦੇ ਆ ਸਿਰਫ ਇਹ ਦੱਸ ਕੇ ਕਿ ਤੁਹਾਡਾ ਬੱਚਾ ਬਿਮਾਰ ਹੈ, ਠੀਕ ਹੈ, ਤੁਸੀਂ ਆਪਣੇ ਬੱਚੇ ਨੂੰ ਠੀਕ ਕਰਾਉਣਾ, ਤੁਸੀਂ ਪਹਿਲਾਂ ਆਹ ਬਣ ਜਾਓ ਅਤੇ ਫਿਰ ਅਸੀਂ ਤੁਹਾਡਾ ਬੱਚਾ ਠੀਕ ਕਰਾ ਦਾਂਗੇ, ਅਸੀਂ ਉਹਦਾ ਇਲਾਜ ਕਰਾ ਦਾਂਗੇ। ਤੁਹਾਡੇ ਘਰ 'ਚ ਗਰੀਬੀ ਹੈ, ਤੁਹਾਨੂੰ ਰਾਸ਼ਨ ਦੀ ਲੋੜ ਹੈ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਰਾਸ਼ਨ ਦੇ ਦਾਂਗੇ, ਪਰ ਤੁਸੀਂ ਪਹਿਲਾਂ ਆਹ ਬਣ ਜਾਓ। ਉਹ ਆਪਣਾ ਧਰਮ ਵੇਚ ਰਹੇ ਨੇ ਅਤੇ ਸਿੱਖੀ ਵਿਕਾਊ ਨਹੀਂ। ਇਹੀ ਗੱਲ ਆਪਾਂ ਨੂੰ ਸਮਝਣੀ ਹੈ, ਕਿਉਂਕਿ ਸਿੱਖੀ ਨਿਸ਼ਕਾਮ ਹੈ। ਭਾਈ ਗੁਰਦਾਸ ਜੀ ਦੀ ਇਹ ਜਿਹੜੀ ਵਾਰ ਹੈ, ਮੈਂ ਆਪ ਸਭ ਨੂੰ ਇਹ ਰਿਕੁਐਸਟ ਕਰਦੀ ਹਾਂ ਕਿ ਇਹਦੀ ਇੱਕ ਫੋਟੋ ਕਾਪੀ ਕਢਾ ਲਓ। ਸਿੱਖ ਦੀ ਨਿਸ਼ਕਾਮ ਅਵਸਥਾ ਅਤੇ ਸਿੱਖੀ ਨਿਸ਼ਕਾਮ ਹੈ, ਦੋ ਚੀਜ਼ਾਂ ਦੀ ਫੋਟੋ ਕਾਪੀ ਕਢਾ ਕੇ ਆਪਣੇ ਘਰ ਦੇ ਕਿਸੇ ਵਧੀਆ ਜਿਹੀ ਇੱਕ ਜਗ੍ਹਾ ਦੇ ਉੱਪਰ ਜ਼ਰੂਰ ਉਹਨੂੰ ਲਾ ਕੇ ਰੱਖੋ, ਤਾਂ ਕਿ ਤੁਹਾਨੂੰ ਦਿਖਦੀ ਰਹੇ, ਤੁਹਾਨੂੰ ਸਾਹਮਣੇ ਰਹੇ ਕਿ ਸਿੱਖ ਦੀ ਨਿਸ਼ਕਾਮ ਅਵਸਥਾ ਕੀ ਹੈ ਅਤੇ ਸਿੱਖੀ ਨਿਸ਼ਕਾਮ ਕਿਵੇਂ ਹੈ। ਜਦੋਂ ਆਪਾਂ ਭਾਈ ਗੁਰਦਾਸ ਜੀ ਦੀ ਇਹੀ ਜਿਹੜੀ ਅਗਲੀ ਵਾਰ ਸੀਗੀ ਸਿੱਖੀ ਨਿਸ਼ਕਾਮ ਹੈ, ਉਹਦੇ ਵਿੱਚ ਇਹੀ ਗੱਲ ਆਪਾਂ ਕੀਤੀ ਸੀਗੀ ਕਿ ਜਿਹੜਾ ਗੁਰਸਿੱਖ ਹੈ ਉਹ ਜਿਹੜੀ ਮੈਂ ਵਾਰ ਇੱਕ ਵਾਰੀ ਪੂਰੀ ਦੁਬਾਰਾ ਪੜ੍ਹ ਦਿੰਦੀ ਹਾਂ। ਚਾਰ ਪਦਾਰਥ ਆਖੀਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਅੱਠ ਸਿੱਧੀ ਨਿੱਧੀ ਨਵੇਂ ਰਿੱਧੀ ਨਾ ਗੁਰਸਿੱਖ ਟਾਕੇ ਟੰਗੇ, ਕਾਮ ਤੇਨ ਲਖ ਲਖਮੀ ਪਹੁੰਚ ਨਾ ਹੰਗੇ ਢੰਗ ਸੁਡੰਗੇ, ਲੱਖ ਪਾਰਸ ਲੱਖ ਪਾਰ ਜਾਤ ਹੱਥ ਨਾ ਛੁਹਦਾ ਫਲ ਨਾ ਪੰਗੇ, ਤੰਤ ਮੰਤ ਪਾਖੰਡ ਲੱਖ ਬਾਜ਼ੀਗਰ ਬਾਜ਼ਾਰੀ ਨੰਗੇ, ਪੀਰ ਮੁਰੀਦੀ ਗਾਖੜੀ ਇੱਕ ਅੰਗ ਨਾ ਅੰਗਣ ਅੰਗੇ, ਗੁਰ ਸਿੱਖ ਦੂਜੇ ਭਾਵੇ ਸੰਗੇ। ਇਹ ਜਿਹੜੀ ਹੈ ਇਸ ਵਾਰ ਦਾ ਜਿਹੜਾ ਸਿਰਲੇਖ ਹੀ ਭਾਈ ਸਾਹਿਬ ਦਿੰਦੇ ਨੇ ਕਿ ਸਿੱਖੀ ਨਿਸ਼ਕਾਮ ਹੈ। ਕਿਉਂ ਨਿਸ਼ਕਾਮ ਹੈ? ਕਿਉਂਕਿ ਗੁਰੂ ਜੋ ਹੈ ਉਹ ਆਪਣੇ ਸਿੱਖ ਨੂੰ ਆਪਣੇ ਆਪ ਦਿੰਦਾ ਰਹਿੰਦਾ, ਜੋ ਵੀ ਉਹਨੂੰ ਪਾਉਂਦਾ। ਅਤੇ ਪਰ ਗੁਰੂ ਦਾ ਸਿੱਖ ਜਿਹੜਾ ਉਹ ਆਪਣੀ ਕਿਸੇ ਵੀ ਇਸ ਲਈ ਨਹੀਂ ਕਿ ਮੈਂ ਤੁਹਾਡੀ ਸੇਵਾ ਕੀਤੀ ਹੈ ਜੀ ਅਤੇ ਇਸ ਕਰਕੇ ਹੁਣ ਤੁਸੀਂ ਮੈਨੂੰ ਆਹ ਕੰਮ ਦਿਓ। ਗੁਰੂ ਅਮਰਦਾਸ ਪਾਤਸ਼ਾਹ ਗੁਰੂ ਮਹਾਰਾਜ ਦੀ ਸੇਵਾ ਕਰ ਰਹੇ ਨੇ 60 ਸਾਲ ਦੀ ਉਮਰ ਦੇ ਵਿੱਚ, ਪਰ ਉਹ ਇੱਕ ਵਾਰੀ ਵੀ ਆ ਕੇ ਇਹ ਨਹੀਂ ਕਹਿੰਦੇ ਕਿ ਮੈਨੂੰ ਤਾਂ ਲੋਕੀ ਜੀ ਆਹ ਕਹਿੰਦੇ ਆ, ਮੈਨੂੰ ਤਾਂ ਅਮਰੂ ਨਥਾਵਾ ਕਹਿੰਦੇ ਆ ਤਾਂ ਤੁਸੀਂ ਮੈਨੂੰ ਹੁਣ ਮਹਿਲ ਪਾ ਦਿਓ। ਇਹ ਨਹੀਂ ਉਹ ਕਹਿੰਦੇ। ਉਹ ਇਹ ਨਹੀਂ ਕਹਿੰਦੇ ਕਿ ਗੁਰੂ ਮਹਾਰਾਜ ਮੈਂ ਤੁਹਾਡੀ ਇੰਨੀ ਸੇਵਾ ਕਰ ਰਿਹਾ, ਤੁਸੀਂ ਮੈਨੂੰ ਹੁਣ ਗੁਰਤਾ ਗੱਦੀ ਵੀ ਦਿਓ। ਉਹ ਨਹੀਂ ਕਹਿੰਦੇ ਕੁਛ ਵੀ। ਉਹਨਾਂ ਨੂੰ ਮਿਲਦੀ ਹੈ ਕਿਉਂਕਿ ਉਹ ਡਿਜ਼ਰਵ ਕਰਦੇ ਨੇ, ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਉਹਨਾਂ ਵਿੱਚ ਉਹ ਜੋਤ ਦੇਖਦੇ ਨੇ ਜੋ ਗੁਰੂ ਨਾਨਕ ਦੇ ਘਰ ਦੇ ਵਿੱਚ ਨਿਰੰਤਰ ਚੱਲ ਸਕਦੀ ਸੀ। ਉਹ ਇਸ ਤਰੀਕੇ ਨਾਲ ਉਹਨਾਂ ਨੂੰ ਗੁਰਗੱਦੀ ਮਿਲਦੀ ਹੈ। ਉਹ ਆਪਣੇ ਮੂੰਹੋਂ ਕੁਛ ਨਹੀਂ, ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਖੁਦ ਦੇਖਦੇ ਨੇ, ਉਹਨਾਂ ਨੇ ਆਪ ਦਿੰਦੇ ਨੇ। ਗੁਰਸਿੱਖ ਨੇ ਮੰਗਿਆ ਨਹੀਂ, ਪਰ ਗੁਰੂ ਨੇ ਦੇ ਦਿੱਤਾ। ਸੋ ਇਹ ਪਹਿਲੀ ਗੱਲ ਹੈ। ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜਿਹੜੀਆਂ ਰਿੱਧੀਆਂ ਸਿੱਧੀਆਂ, ਕਿਉਂਕਿ ਉਸ ਵੇਲੇ ਦਾ ਜੋ ਇਤਿਹਾਸ ਹੈ, ਉਸ ਸਮੇਂ ਬਹੁਤ ਸਾਰੇ ਜਿਹੜੇ ਸਾਧੂ ਜਾਂ ਅਘੋਰੀ ਨਾਂਗੇ ਜਿਹੜਾ ਵੀ ਉੱਥੇ ਇੱਕ ਪੂਰਾ ਇਨਫਰਾਸਟਰਕਚਰ ਆਪਾਂ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਸਿੰਪਲ ਸਟਰਕਚਰ ਜਿਹੜਾ ਕੰਮ ਕਰ ਰਿਹਾ ਸੀਗਾ, ਉਹ ਜਿਹੜੇ ਬਹੁਤ ਸਾਰੇ ਸਾਧੂ ਸੀ ਉਹ ਸਿੱਧੀਆਂ ਦੇ ਪਿੱਛੇ ਹੀ ਪਏ ਹੁੰਦੇ ਸੀਗੇ। ਅੱਜ ਵੀ ਹੈ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬੜੇ ਤਪ ਕਰਦੇ ਨੇ, ਜਿਹੜੇ ਬੜੇ ਚਿਰ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ ਲਗਾਤਾਰ, ਕੁਛ ਸਿੱਧੀਆਂ ਵਾਸਤੇ, ਕੁਛ ਰਿੱਧੀਆਂ ਵਾਸਤੇ। ਹੁਣ ਮੈਂ ਪਿਛਲੀ ਵਾਰੀ ਦੱਸਿਆ ਸੀਗਾ ਕਿ 9 ਨਿੱਧੀਆਂ 8 ਸਿੱਧੀਆਂ ਨੇ, ਅਤੇ ਉਹ ਜਿਹੜੀਆਂ ਸਿੱਧੀਆਂ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਸਿੱਧੀ ਹੁੰਦੀ ਹੈ। ਕਿ ਮੈਂ ਨਾਮ ਦੱਸੇ ਸੀ ਪਿਛਲੀ ਵਾਰੀ ਕਿ ਆਪਣੇ ਸਰੀਰ ਨੂੰ ਵੱਡਾ ਕਰ ਲੈਣਾ, ਆਪਣੇ ਸਰੀਰ ਨੂੰ ਛੋਟਾ ਕਰ ਲੈਣਾ, ਜਾਂ ਆਪਣੇ ਸਰੀਰ ਦਾ ਭਾਰ ਵਧਾ ਲੈਣਾ ਜਾਂ ਘਟਾ ਲੈਣਾ। ਔਰ ਬਾਕਾਇਦਾ ਸ਼੍ਰੀਮਦ ਭਾਗਵਤ ਦੇ ਵਿੱਚ ਇਹਨਾਂ ਦਾ ਜ਼ਿਕਰ ਵੀ ਆਉਂਦਾ, ਔਰ ਹਨੂੰਮਾਨ ਦੀ ਲਾਈਫ ਦੇ ਵਿੱਚ ਜ਼ਿਕਰ ਵੀ ਆਉਂਦਾ। ਸੋ ਇਹ ਸਾਰੀਆਂ ਗੱਲਾਂ ਹੈਗੀਆਂ। ਪਰ ਉਸ ਸਮੇਂ ਜਿਹੜੇ ਬਹੁਤਾਤ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਧਰਮ ਦੇ ਨਾਲ ਜੋੜਦੇ ਸੀ, ਕਿਉਂਕਿ ਉਹ
ਉਹ ਉਹੀ ਲੋਕ ਸੀ ਜਿਹੜੇ ਸਾਧੂ ਸੀ, ਜਾਂ ਇਸ ਤੱਕ ਕਿ ਪੰਡਿਤ ਬ੍ਰਾਹਮਣ ਵੀ ਜਿਹੜੇ ਸੀਗੇ, ਉਹ ਵੀ ਜਦੋਂ ਇਹ ਵਰਤ ਵਗੈਰਾ ਵੀ ਰੱਖਦੇ ਸੀਗੇ ਤੇ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਕਾਮਨਾ ਹੁੰਦੀ ਸੀਗੀ ਕਿ ਮੈਨੂੰ ਆਹ ਰਿੱਧੀ ਮਿਲੇ, ਮੈਨੂੰ ਆਹ ਸਿੱਧੀ ਮਿਲੇ, ਜਾਂ ਮੇਰੇ ਕੋਲ ਇੱਦਾਂ ਦੀ 9 ਨਿਧੀਆਂ ਹੋਣ। ਸੋ ਉਹਦੇ ਵਾਸਤੇ ਹੀ ਉਹ ਚੱਲਦੇ ਸੀਗੇ। ਗੁਰੂ ਦਾ ਸਿੱਖ ਜਦੋਂ ਆਪਣੇ ਗੁਰੂ ਦੀ ਉਸਤਤ ਕਰਦਾ, ਉਸ ਅਕਾਲ ਪੁਰਖ ਦੀ ਉਸਤਤ ਕਰਦਾ, ਤਾਂ ਉਹ ਇਹਨਾਂ ਰਿੱਧੀਆਂ ਸਿੱਧੀਆਂ ਵਾਸਤੇ ਨਹੀਂ ਕਰਦਾ। ਉਸ ਦੀ ਨਿਸ਼ਕਾਮ ਸਿੱਖੀ ਨਿਸ਼ਕਾਮ ਹੀ ਇਸ ਕਰਕੇ ਹੈ ਕਿਉਂਕਿ ਜੇਕਰ ਆਪਾਂ ਸਿੱਖ ਬਣ ਰਹੇ ਹਾਂ ਤਾਂ ਸਿੱਖ ਬਣ ਕੇ ਆਪਾਂ ਇਹ ਸੋਚੀਏ ਕਿ ਹੁਣ ਮੈਂ ਪਾਠ ਕਰਦਾ ਅਤੇ ਮੈਨੂੰ ਹੁਣ ਮੈਂ ਇੱਥੋਂ ਚੁਟਕੀ ਵਜਾਵਾਂ ਅਤੇ ਉੱਥੇ ਦੀਵਾ ਬਲ ਜੇ, ਇੱਦਾਂ ਨਹੀਂ ਹੋਣਾ, ਕਿਉਂਕਿ ਸਿੱਖੀ ਨਿਸ਼ਕਾਮ ਹੈ। ਆਪਾਂ ਇਹ ਪਹਿਲਾਂ ਹੀ ਪੈਰਾਮੀਟਰ ਇਹ ਹੈ ਕਿ ਜਦੋਂ ਤੁਸੀਂ ਪਾਠ ਜਾਂ ਤੁਸੀਂ ਗੁਰੂ ਮਹਾਰਾਜ ਦਾ ਨਾਮ ਜਪੋਗੇ, ਅਕਾਲ ਪੁਰਖ ਦਾ ਨਾਮ ਜਪੋਗੇ, ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਸਿੱਖ ਹੱਥ ਵੀ ਨਹੀਂ ਲਾਉਂਦਾ। ਇਹੀ ਕਾਰਨ ਹੈ ਕਿ ਸਿੱਖਾਂ ਦੇ ਜਿਹੜਾ ਨਿਸ਼ਕਾਮ ਅਵਸਥਾ ਹੀ ਉਦੋਂ ਆਊਗੀ ਜਦੋਂ ਉਹਦੀ ਈਗੋ ਨਾ ਹੋਊਗੀ। ਜੇ ਉਹਦੀ ਈਗੋ ਹੋਊਗੀ ਫਿਰ ਉਹ ਇਹਨਾਂ ਚੀਜ਼ਾਂ ਪਿੱਛੇ ਭੱਜੂਗਾ, ਹੈ ਨਾ। ਕਿਸੇ ਨੇ ਵੀ ਦਿਖਾਤਾ ਕਿ ਮੈਂ ਜ਼ਮੀਨ ਤੋਂ ਉੱਡ ਕੇ ਦਿਖਾ ਸਕਦਾ ਜਾਂ ਨਹੀਂ ਉੱਡ ਕੇ ਦਿਖਾ ਸਕਦਾ, ਤਾਂ ਉਹ ਉਹਦੇ ਪਿੱਛੇ ਲੱਗ ਜੂਗਾ। ਇਹ ਚੀਜ਼ ਸਿੱਖੀ ਵਿੱਚ ਹੈ ਹੀ ਨਹੀਂ। ਜੇਕਰ ਅਸੀਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਹਾਂ ਤਾਂ ਫਿਰ ਸਿੱਖੀ ਸਾਡੇ ਲਈ ਨਹੀਂ। ਜੇਕਰ ਅਸੀਂ ਇਸ ਕਰਕੇ ਆਪਣੇ ਗੁਰੂ ਨਾਲ ਲੱਗੇ ਹੋਏ ਹਾਂ ਕਿ ਅਸੀਂ ਉਹਦੇ ਕੋਲੋਂ ਹੀ ਸਾਰਾ ਕੁਛ ਉਹਨੂੰ ਕਹੀਏ ਕਿ ਸਾਨੂੰ ਦੇ ਹੀ ਦੇ, ਨਹੀਂ ਤਾਂ ਮੈਂ ਸਿੱਖ ਨਹੀਂ ਬਣਦਾ, ਫਿਰ ਵੀ ਸਿੱਖੀ ਸਾਡੇ ਲਈ ਨਹੀਂ। ਕਾਮਧੇਨ ਮੈਂ ਪਿਛਲੀ ਵਾਰੀ ਦੱਸਿਆ ਸੀਗਾ ਕਿ ਇੱਕ ਗਊ ਦਾ ਨਾਮ ਹੈ ਜਿਹੜੀ ਜੋ ਵੀ ਮੰਗੋ ਉਹ ਦਿੰਦੀ ਹੈ। ਤਾਂ ਉਹ ਹੋ ਜਾਏ ਜਾਂ ਲਕਸ਼ਮੀ, ਉਹ ਕਹਿੰਦੇ ਕਿ ਚਾਹੇ ਲੱਖਾਂ ਹੀ ਲਕਸ਼ਮੀ ਆ ਜਾਣ, ਉਹ ਗੁਰੂ ਦੇ ਸਿੱਖ ਦੇ ਲਾਗੇ ਨਹੀਂ ਲੱਗ ਸਕਦੀਆਂ। ਕਿਉਂ? ਹੁਣ ਲਕਸ਼ਮੀ ਦਾ ਮਤਲਬ ਹੈ ਕਿਉਂਕਿ ਵੈਲਥ ਦੀ ਦੇਵੀ ਆ। ਜੇ ਅੱਜ ਕੋਈ 100 ਰੁਪਈਏ ਦੇ ਉੱਤੇ ਡੁੱਲ ਜਾਂਦਾ ਨਾ, ਤਾਂ ਸੋਚੋ ਕਿ ਜੇ ਲੱਖ ਲਕਸ਼ਮੀਆਂ ਹੀ ਉਹਦੇ ਕੋਲ ਆ ਜਾਣ, ਕਿ ਜਿਨ੍ਹਾਂ ਦੇ ਕੋਲ ਪਤਾ ਨਹੀਂ ਕਿੰਨਾ ਹੀ ਜਿਹੜੀ ਉਹ ਦੌਲਤ ਹੈ, ਅਗਰ ਉਹੀ ਆ ਜਾਣ ਤਾਂ ਕਿਆ ਉਹ ਕਹਿੰਦੇ ਕਿ ਸਿੱਖ ਉਹਨਾਂ ਵੱਲ ਵੀ ਨਹੀਂ, ਉਹ ਸਿੱਖ ਨੂੰ ਛੂਹ ਵੀ ਨਹੀਂ ਪਾਉਂਦੀਆਂ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਸਿੱਖ ਦੀ ਉਹ ਨਿਸ਼ਕਾਮ ਅਵਸਥਾ ਬਣ ਗਈ ਹੈ। ਸੋ ਇਹ ਜਿਹੜੀਆਂ 2 ਵਾਰਾਂ ਹੈ, ਇਹਨਾਂ ਨੂੰ ਆਪਾਂ ਨੂੰ ਕੰਟੀਨਿਊਟੀ ਵਿੱਚ ਹੀ ਸਮਝਣਾ ਪਊਗਾ। ਅਗਰ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਸੇਵਾ ਦੇ ਪੁੰਜ ਨੇ, ਤਾਂ ਅਗਰ ਆਪਾਂ ਨੇ ਸਿੱਖਾਂ ਨੇ ਜਦੋਂ ਗੁਰੂ ਮਹਾਰਾਜ ਦਾ ਨਾਮ ਅਰਦਾਸ ਦੇ ਵਿੱਚ ਲੈਂਦੇ ਹਾਂ, ਤਾਂ ਅਗਰ ਆਪਾਂ ਸੇਵਾ ਦੀ ਗੱਲ ਸਮਝਣੀ ਹੈ, ਸਾਨੂੰ ਬਕਾਇਦਾ ਇਸ ਚੀਜ਼ ਨੂੰ ਸਮਝਣਾ ਪਊਗਾ ਕਿ ਉਹ ਕਿਸ ਤਰ੍ਹਾਂ ਦੀ ਸੇਵਾ ਦੀ ਗੱਲ ਕਰ ਰਹੇ ਨੇ। ਸਾਨੂੰ ਕਨਫਿਊਜ਼ਨ ਤੋਂ ਮੁਕਤ ਹੋਣਾ ਪਊਗਾ। ਬਹੁਤ ਸਾਰੇ ਲੋਕ ਅੱਜ ਕਹਿ ਦਿੰਦੇ ਨੇ ਕਿ ਲੰਗਰ ਲਾਉਣੇ ਬੰਦ ਕਰ ਦਿਓ, ਲੰਗਰ ਲਾਉਣੇ ਬੰਦ ਕਰ ਦਿਓ। ਪਤਾ ਨਹੀਂ ਆਪਣੇ ਮੂੰਹਾਂ 'ਚੋਂ ਇਹ ਗੱਲ ਨਿਕਲਦੀ ਵੀ ਕਿੱਦਾਂ। ਲੰਗਰ ਲਾਉਂਦਾ ਕੌਣ ਹੈ? ਇਹ ਲੰਗਰ ਗੁਰੂ ਨਾਨਕ ਦੇ ਲੱਗੇ ਹੋਏ ਆ, ਉਹਨਾਂ ਨੇ ਲਾਏ ਸੀ, ਚੱਲ ਰਹੇ ਆ, ਚੱਲਦੇ ਰਹਿਣਗੇ। ਅਸੀਂ ਕੋਈ ਨਹੀਂ ਹੁੰਦੇ ਇਹ ਗੱਲਾਂ ਕਹਿਣ ਵਾਲੇ। ਖੈਰ, ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਜੋ ਸਾਡੇ ਸਮਾਜ ਵਿੱਚ ਚੱਲ ਰਹੀਆਂ ਨੇ। ਉਹ ਚੱਲ ਇਸੇ ਲਈ ਰਹੀਆਂ ਨੇ ਕਿਉਂਕਿ ਅਸੀਂ ਸੇਵਾ ਅਤੇ ਨਿਸ਼ਕਾਮ ਸੇਵਾ ਨੂੰ ਕਨਫਿਊਜ਼ ਕਰ ਲਿਆ। ਅਤੇ ਨਿਸ਼ਕਾਮ ਸੇਵਾ ਹੀ ਸਿੱਖਾਂ ਦੇ ਵਾਸਤੇ ਜ਼ਰੂਰੀ ਹੈ। ਜੇ ਤੁਸੀਂ ਇਕੱਲੀ ਸੇਵਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਕੋਲੋਂ ਕੁਛ ਲਿਆ ਨਹੀਂ ਬਟ ਉਹਨੂੰ ਦੇ ਦਿੱਤਾ। ਪਰ ਹੁਣ ਉਹ ਕਿਸ ਤਰੀਕੇ ਨਾਲ ਨਹੀਂ ਲਿਆ, ਇਹ ਇੱਕ ਡਿਫਰੈਂਟ ਟੋਪਿਕ ਹੈ ਨਾ। ਜਿੱਦਾਂ ਮੈਂ ਗੱਲ ਕੀਤੀ ਸੀਗੀ ਕਿ ਕੁਛ ਲੋਕ ਜਾਂਦੇ ਨੇ, ਉਹ ਕਿਸੇ ਗਰੀਬ ਨੂੰ ਕਹਿੰਦੇ ਤੇਰੇ ਬੱਚੇ ਨੂੰ ਅਸੀਂ ਠੀਕ ਕਰਾ ਦਿੰਦੇ ਹਾਂ। ਪਿੱਛੇ ਕਾਮਨਾ ਤਾਂ ਹੈਗੀ ਹੈ ਨਾ। ਉਹ ਗਰੀਬ ਜਿਹੜਾ ਹੈ ਉਹ ਸਿੱਧਾ ਉਹਨਾਂ ਨੂੰ ਕੁਛ ਨਹੀਂ ਦੇ ਰਿਹਾ, ਪਰ ਅਗਰ ਉਹਨਾਂ ਦੀ ਗੱਲ ਮੰਨ ਰਿਹਾ ਤਾਂ ਫਿਰ ਉਹ ਕਾਮਨਾ ਤਾਂ ਪੂਰੀ ਕਰ ਹੀ ਰਿਹਾ ਨਾ ਉਹਨਾਂ ਦੀ। ਸੋ ਆਪਣੇ ਆਪ ਨੂੰ ਉਹ ਵੀ ਕਹਿੰਦੇ ਨੇ ਕਿ ਅਸੀਂ ਸੇਵਾ ਕਰਦੇ ਹਾਂ, ਪਰ ਉਹ ਨਿਸ਼ਕਾਮ, ਉਹ ਸਿੱਖੀ ਦੇ ਵਿੱਚ, ਸਿੱਖ ਗੁਰੂ ਘਰ ਦੇ ਵਿੱਚ, ਜਿਹੜੀ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਸੇਵਾ ਪ੍ਰਵਾਨ ਨਹੀਂ ਹੋਣੀ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕਿ ਜਿਹੜੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ ਜੀ, ਕਿਉਂਕਿ ਸਮਾਂ ਮੇਰੇ ਕੋਲ ਹੋ ਚੁੱਕਾ। ਅਗਲਾ ਜਿਹੜਾ ਐਪੀਸੋਡ ਹੈ ਉਹ ਆਪਾਂ ਦੇਖਾਂਗੇ ਕਿ ਗੁਰੂ ਸਾਹਿਬ ਜਦੋਂ ਮੰਜੀ ਸਿਸਟਮ ਸ਼ੁਰੂ ਕਰਦੇ ਨੇ, ਜਦੋਂ ਉਹ 22 ਮੰਜੀਆਂ ਸਥਾਪਿਤ ਕਰਦੇ ਨੇ, ਤਾਂ ਉਹਦੇ ਪਿੱਛੇ ਫਿਲੋਸਫੀ ਕੀ ਹੈ, ਆਪਾਂ ਅੱਜ ਕਿੱਥੇ ਖੜ੍ਹੇ ਹਾਂ, ਕਿਉਂਕਿ ਅੱਜ ਵੀ ਜਿਹੜਾ ਸਿਸਟਮ ਆ ਆਪਾਂ ਕਿੱਥੇ ਜੇ ਖੜ੍ਹੇ ਹਾਂ, ਕੀ ਕਰ ਰਹੇ ਹਾਂ, ਅਤੇ ਅੱਜ ਸਾਡਾ ਸਾਡੀ ਅੱਜ ਦੀ ਅਜੋਕੀ ਵਿਵਸਥਾ ਹੈ ਉਹਦੇ ਵਿੱਚ ਉਹਨਾਂ ਮੰਜੀਆਂ ਦਾ ਕਿੰਨਾ ਕੁ ਰੋਲ ਹੋਣਾ ਚਾਹੀਦਾ ਸੀਗਾ, ਆਪਾਂ ਜੋ ਨਹੀਂ ਸਾਂਭ ਕੇ ਰੱਖਿਆ। ਸੋ ਇਹਦੇ ਬਾਰੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ। ਅੱਜ ਦੀ ਜਿਹੜੀਆਂ ਮੇਰੀਆਂ ਗੱਲਾਂ ਨੇ ਉਹਨਾਂ ਨੂੰ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ। ਕੋਈ ਗਲਤੀ ਹੋ ਗਈ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਮਾफ़ੀ ਮੰਗਦੀ ਹਾਂ। ਆਪਣੀ ਰਾਏ ਮੈਨੂੰ ਜ਼ਰੂਰ ਦਿੰਦੇ ਰਿਹਾ ਕਰੋ। ਅੱਜ ਦਾ ਜਿਹੜਾ ਐਪੀਸੋਡ ਆ ਆਪਣਾ 50ਵਾਂ ਐਪੀਸੋਡ ਸੀਗਾ। ਸੋ ਤਕਰੀਬਨ ਆਪਾਂ ਨੂੰ 1 ਸਾਲ ਹੋ ਗਿਆ। ਸੋ ਆਪਣੀਆਂ ਜੋ ਤੁਹਾਡੇ ਵਿਚਾਰ ਨੇ, ਕੁਐਸਚਨਸ ਨੇ, ਉਹ ਜ਼ਰੂਰ ਮੇਰੇ ਨਾਲ ਸਾਂਝੇ ਕਰੋ। ਜ਼ਰੂਰ ਮੈਨੂੰ ਲਿਖਦੇ ਰਿਹਾ ਕਰੋ। ਆਪ ਜੀ ਦੀਆਂ ਈਮੇਲਸ ਮੇਰੇ ਲਈ ਬਹੁਤ ਇੰਪੋਰਟੈਂਟ ਨੇ। ਮੈਨੂੰ ਦਿਓ ਇਜਾਜ਼ਤ, ਅਗਲੇ ਐਪੀਸੋਡ 'ਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।